ਇਹ ਸਭ ਤੋਂ ਇੰਪੋਰਟੈਂਟ ਦਿਨ ਹੈਗਾ ਜੀ ਇਸ ਪ੍ਰੋਗਰਾਮ ਦਾ, ਬਿਕੋਜ਼ ਦੀ ਹਾਰਟ ਆਫ ਦੀ ਪ੍ਰੋਗਰਾਮ ਜਿਹੜਾ ਕਰਕਸ ਆਫ ਦਿਸ ਮੈਟਰ ਹੈ ਉਹ ਅੱਜ ਦੇ ਦਿਨ ਹੀ ਡਿਸਕਸ ਹੋਏਗਾ, ਕਿਉਂਕਿ ਮਸ਼ੀਨ ਰਿਪੋਰਟ ਤੇ ਸਾਰੀਆਂ ਕੱਢ ਦਿੰਦੀਆਂ, ਤੁਹਾਡਾ ਕੰਮ ਉਹ ਮਸ਼ੀਨ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ। ਹਾਊ ਵੈਲ ਤੁਸੀਂ ਉਹਨੂੰ ਅੱਗੇ ਇੰਟਰਪ੍ਰੇਟ ਕਰਦੇ ਹੋ, ਤੁਸੀਂ ਆਪਣੇ ਐਨਾਲਾਈਜ਼ਰ ਦੇ ਹਿਸਟੋਗ੍ਰਾਮ ਔਰ ਸਕੈਟਰਗ੍ਰਾਮ ਨੂੰ ਕਿਸ ਤਰ੍ਹਾਂ ਦੇਖਦੇ ਹੋ, ਆਪਣੇ ਫਲੈਗ ਜਾਂ ਵਾਰਨਿੰਗ ਸਿਗਨਲਸ ਨੂੰ ਕਿਸ ਤਰ੍ਹਾਂ ਫੜਦੇ ਹੋ, ਤੁਹਾਡੀ ਲੈਬੋਰੇਟਰੀ ਦੇ ਅੱਗੇ ਕੀ ਸਮੀਅਰ ਰਿਵਿਊ ਕ੍ਰਾਈਟੇਰੀਆ ਹੈਗੇ ਨੇ, ਇਹ ਡਿਟਰਮਾਈਨ ਕਰੇਗਾ ਕਿ ਤੁਹਾਡੀ ਰਿਪੋਰਟ ਅਲਟੀਮੇਟਲੀ ਠੀਕ ਹੈ ਕਿ ਨਹੀਂ ਹੈ। ਕੱਲ ਕਿਸੇ ਨੇ ਆਖਿਆ ਸੀ ਕਿ ਸਾਡੀ ਪਲੇਟਲੇਟ ਕਾਊਂਟ ਹਮੇਸ਼ਾ ਘੱਟ ਆਂਦੀ, ਦੂਜੀ ਥਾਂ ਤੋਂ ਜ਼ਿਆਦਾ ਆਂਦੀ ਹੈ, ਤੇ ਜੇ ਤੁਸੀਂ ਫਲੈਗ ਜਰਾ ਧਿਆਨ ਨਾਲ ਦੇਖੋਗੇ ਤੇ ਤੁਹਾਡੀ ਵੀ ਰਿਪੋਰਟ ਬਰਾਬਰ ਆ ਜਾਏਗੀ, ਕਿਉਂਕਿ ਜਦ ਤੁਸੀਂ ਉਹਨੂੰ ਮੈਨੂਅਲੀ ਚੈੱਕ ਕਰੋਗੇ ਉਹ ਤੁਸੀਂ ਗਲਤੀਆਂ ਫੜ ਲੋਗੇ ਸਾਰੀਆਂ ਆਪਣੀਆਂ। ਤੇ ਇਹਦੇ ਨਾਲ ਅਸੀਂ ਅੱਗੇ ਵਧਨੇ ਆ ਜੀ। Jaldi, I'm not able to do page down. Just click on the cursor once in the middle of the slide. Okay. Yeah, got it. ਤੇ ਅੱਗੇ ਵਧਣ ਤੋਂ ਪਹਿਲੇ ਇਹ ਫੋਟੋ ਦੇਖ ਲਓ ਜੀ। Anybody knows ਇਹ ਕੌਣ ਹੈ? You can answer ਜਲਦੀ if you know him. Wallace Coulter. ਇਹਨਾਂ ਦਾ ਨਾਮ ਹੈ ਜੀ ਸਰ ਵਾਲੇਸ ਕੂਲਟਰ, ਤੇ ਇਹਨਾਂ ਨੇ ਕੂਲਟਰ ਪ੍ਰਿੰਸੀਪਲ ਬਣਾਇਆ ਸੀ, ਜਿਹਦੇ ਉੱਤੇ ਪਹਿਲਾ ਹੀਮਾਟੋਲੋਜੀ ਐਨਾਲਾਈਜ਼ਰ ਦੁਨੀਆ ਦਾ ਬਣਿਆ, ਜਿਹਨੂੰ ਅਸੀਂ ਕੂਲਟਰ ਕਾਊਂਟਰ ਵੀ ਕਹਿੰਦੇ ਸੀ। ਇਹਨਾਂ ਦੇ ਬ੍ਰਦਰ ਵੀ ਸੀਗੇ ਜੋਸਫ ਕੂਲਟਰ, ਇਹਨਾਂ ਦੋਨਾਂ ਨੇ ਮਿਲ ਕੇ ਕੂਲਟਰ ਕਾਊਂਟਰ ਬਣਾਇਆ, ਜਿਹਦੇ ਵਾਸਤੇ ਇਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ। ਅੱਜ ਜੋ ਵੀ ਅਸੀਂ ਕਰ ਰਹੇ ਹਾਂ ਉਹ ਸਭ ਕੂਲਟਰ ਸਾਹਿਬ ਦੀ ਦੇਣ ਹੈਗੀ, ਤੇ ਇਹਨਾਂ ਦਾ ਨਾਮ ਲੈ ਕੇ ਅੱਗੇ ਵਧਦੇ ਹਾਂ ਜੀ। ਸਭ ਤੋਂ ਪਹਿਲੇ 3 ਪਾਰਟ ਐਨਾਲਾਈਜ਼ਰ ਦੀ ਗੱਲ ਕਰਾਂਗੇ। ਇਹਦੇ ਤੁਹਾਡੇ 3 ਹਿਸਟੋਗ੍ਰਾਮ ਦਿਖਣਗੇ ਤੁਹਾਨੂੰ। ਇਹ ਸਭ ਤੋਂ ਪਹਿਲੇ ਪਲੇਟਲੇਟ ਹਿਸਟੋਗ੍ਰਾਮ ਹੈਗਾ, ਫਿਰ ਵਿਚਕਾਰ ਤੁਹਾਡਾ ਆਰਬੀਸੀ ਹਿਸਟੋਗ੍ਰਾਮ ਹੈ, ਤੇ ਸਭ ਤੋਂ ਸੱਜੇ ਪਾਸੇ ਤੁਹਾਡਾ ਡਬਲਯੂਬੀਸੀ ਹਿਸਟੋਗ੍ਰਾਮ ਹੈ। ਸਭ ਤੋਂ ਪਹਿਲੇ ਪਲੇਟਲੇਟ ਹਿਸਟੋਗ੍ਰਾਮ ਤੇ ਆਨੇ ਆ। ਇਹ ਯੂਜੂਅਲੀ 2 ਫੈਮਟੋਲੀਟਰ ਦੇ ਨੇੜੇ ਤੇੜੇ ਬੇਸਲਾਈਨ ਤੋਂ ਸ਼ੁਰੂ ਹੁੰਦਾ ਹੈ, ਤੇ 25-30 ਫੈਮਟੋਲੀਟਰ ਦੇ ਵਿਚਕਾਰ ਬੇਸਲਾਈਨ ਨੂੰ ਵਾਪਸ ਟੱਚ ਕਰ ਜਾਂਦਾ ਹੈ। ਹਿਸਟੋਗ੍ਰਾਮ ਦੀ ਇੱਕ ਬੜੀ ਇੰਪੋਰਟੈਂਟ ਕੈਰੈਕਟਰਿਸਟਿਕ ਹੈ, ਇਹ ਬੇਸਲਾਈਨ ਤੋਂ ਸ਼ੁਰੂ ਹੋਏਗਾ ਜੀ, एक बेल शेप कर्व बनाएगा और वापस बेसलाइन पे आके बह जाएगा। जे बेसलाइन तो शुरू नहीं होया या बेसलाइन ते खत्म नहीं होया, ਇਹਦਾ मतलब है हिस्टोग्राम नॉर्मल नहीं हैगा। और जे ਉਹਦੀ कर्व ਵਿੱਚ बहुत ज्यादा स्पाइकिंग हैगी या बाय मॉडल पैटर्न हैगा, ਤਾਂ ਵੀ ਇਹ नॉर्मल हिस्टोग्राम नहीं हैगा। नॉर्मल हिस्टोग्राम ਦੇ ਇਹੀ शेप होएगा, ठीक है। फिर आरबीसी हिस्टोग्राम ਤੁਹਾਡਾ 30-35 फेमटोलीटर ਤੋਂ शुरू होके 100-120 फेमटोलीटर ਤੇ आके खत्म हो जाएगा। ਇਹ नॉर्मल आरबीसी हिस्टोग्राम है। जे माइक्रोसाइटोसिस होएगा ਤੇ ਉਹ हिस्टोग्राम लेफ्ट ਨੂੰ शिफ्ट हो जाएगा। जे मैक्रोसाइटोसिस होएगा ਤੇ ਇਹੋ हिस्टोग्राम सज्जे पासे शिफ्ट हो जाएगा। ਤੇ डब्ल्यूबीसी हिस्टोग्राम ਵਿੱਚ बेसिकली 3 ਪੀਕਸ ਹੋਣਗੀਆਂ। ਸਭ ਤੋਂ ਖੱਬੇ ਪਾਸੇ ਤੁਹਾਡੀ ਜੀ ਲਿੰਫੋਸਾਈਟ ਦੀ ਪੀਕ ਹੈ, ਫਿਰ ਵਿਚਕਾਰ ਮੋਨੋਸਾਈਟ ਦੀ ਪੀਕ ਹੈ, ਔਰ ਸੱਜੇ ਪਾਸੇ ਤੁਹਾਡੀ ਗ੍ਰੈਨੂਲੋਸਾਈਟ ਦੀ ਪੀਕ ਹੈ। ਅਸੀਂ ਕੱਲ ਡਿਸਕਸ ਵੀ ਕਰ ਲਿਆ ਸੀ। ਤੇ ਕੱਲ ਅਸੀਂ ਇਹ ਵੀ ਡਿਸਕਸ ਕੀਤਾ ਸੀ ਕਿ ਆਰਬੀਸੀ ਪਲੇਟਲੇਟ ਦੋਨੋਂ ਸੇਮ ਅਪਰਚਰ ਤੋਂ ਕੈਲਕੂਲੇਟ ਹੁੰਦੇ ਨੇ। ਉਹਦਾ ਅਪਰਚਰ ਛੋਟਾ ਹੁੰਦਾ ਜੀ, 50 ਮਾਈਕਰੋਨ ਦਾ ਹੁੰਦਾ ਹੈ, ਔਰ ਇਹਨਾਂ ਦਾ ਹਿਸਟੋਗ੍ਰਾਮ ਵੀ ਇਕੱਠੇ ਜਨਰੇਟ ਹੁੰਦਾ ਹੈ, ਸੇਮ ਡਾਇਲੂਸ਼ਨ ਤੋਂ ਹੁੰਦਾ ਹੈ। ਜਦਕਿ ਡਬਲਯੂਬੀਸੀ ਔਰ ਹੀਮੋਗਲੋबिन ਡਿਫਰੈਂਟ ਡਾਇਲੂਸ਼ਨ ਤੋਂ ਜਨਰੇਟ ਹੁੰਦੇ ਨੇ, ਔਰ ਇਹਨਾਂ ਦਾ ਅਪਰਚਰ ਵੀ ਫਰਕ ਹੁੰਦਾ। ਡਬਲਯੂਬੀਸੀ ਦਾ ਥੋੜਾ ਵੱਡਾ ਅਪਰਚਰ ਹੁੰਦਾ ਜੀ, 80 ਮਾਈਕਰੋਨ ਦਾ ਅਪਰਚਰ ਹੁੰਦਾ। ਇੱਕ ਹੋਰ ਇੰਪੋਰਟੈਂਟ ਗੱਲ ਅਸੀਂ ਕੱਲ ਜਿਹੜੀ ਕੀਤੀ ਸੀ ਕਿ ਡਬਲਯੂਬੀਸੀ ਕਾਊਂਟ ਕਰਨ ਤੋਂ ਪਹਿਲੇ ਜਿਹੜਾ ਲਾਈਸ ਸੋਲੂਸ਼ਨ ਹੁੰਦਾ ਹੈ, ਉਹ ਡਬਲਯੂਬੀਸੀ ਦੀ ਮੋਰਫੋਲੋਜੀ ਨੂੰ ਆਲਟਰ ਕਰ ਦਿੰਦਾ ਜੀ, ਉਹਦੇ ਡਬਲਯੂਬੀਸੀ ਦੀ ਮੈਂਬਰੇਨ ਨੂੰ ਪੰਚਰ ਕਰਦਾ ਹੈ। ਉਸ ਕਰਕੇ ਕੀ ਹੁੰਦਾ ਹੈ ਕਿ ਮੋਨੋਸਾਈਟ ਜਿਹੜਾ ਸਭ ਤੋਂ ਵੱਡਾ ਸੈੱਲ ਹੈ, ਉਹ ਜ਼ਿਆਦਾ ਸ਼ਰਿੰਕ ਹੁੰਦਾ ਹੈ, ਉਹ ਜਾ ਕੇ ਵਿਚਕਾਰ ਆ ਜਾਂਦਾ ਹੈ ਦੋਨੋਂ ਲਿੰਫੋ ਗ੍ਰੈਨੂਲੋਸਾਈਟ ਦੇ। ਉਹ ਸਭ ਤੋਂ ਸੱਜੇ ਪਾਸੇ ਨਹੀਂ ਰਹਿੰਦਾ। ਇਹ ਅਸੀਂ ਕੱਲ ਵੀ ਡਿਸਕਸ ਕਰ ਲਿਆ ਸੀ, ਇਹ ਇੰਪੋਰਟੈਂਟ ਹੈਗਾ। ਅੱਗੇ ਜਦ ਅਸੀਂ ਇਹਦੇ ਹਿਸਟੋਗ੍ਰਾਮ ਤੇ ਆਵਾਂਗੇ ਤੇ ਇਹਦੇ ਬਾਰੇ ਹੋਰ ਡਿਟੇਲ ਵਿੱਚ ਗੱਲ ਕਰਾਂਗੇ। ਤੇ ਸਭ ਤੋਂ ਪਹਿਲਾਂ ਤੁਹਾਡੀ ਮਸ਼ੀਨ ਨੇ ਸੀਬੀਸੀ ਰਿਪੋਰਟ ਹੁਣ ਦੇਤੀ, ਹੁਣ ਤੁਸੀਂ ਕੀ ਕਰਨਾ ਹੈ, ਇਹ ਸਭ ਤੋਂ ਇੰਪੋਰਟੈਂਟ ਹੈ। ਇਹ ਸਟੈਪ ਧਿਆਨ ਨਾਲ ਨੋਟ ਕਰ ਲਓ। ਇਹ ਸਟੈਪ ਤੁਸੀਂ ਫੋਲੋ ਕਰੋਗੇ ਤੇ ਕਦੇ ਵੀ ਗਲਤੀ ਨਹੀਂ ਹੋਏਗੀ। ਸਭ ਤੋਂ ਪਹਿਲਾਂ ਤੁਸੀਂ ਦੇਖਣਾ ਹੈ ਜੀ MCHC। ਨਾਰਮਲੀ MCHC 33.5 +-2 यानी 31.5 ਤੋਂ ਲੈ ਕੇ 35.5 ਤੱਕ ਹੋ ਸਕਦਾ ਹੈ। ਜੇ ਤੁਹਾਡਾ MCHC 36 ਕ੍ਰਾਸ ਕਰ ਰਿਹਾ ਹੈ, 99% ਟਾਈਮਸ ਇਹਦੇ 'ਚ ਕੋਈ ਨਾ ਕੋਈ ਪ੍ਰੀ ਐਨਾਲਿਟਿਕਲ ਐਰਰ ਹੈ, ਜਾਂ ਤੇ ਕੋਈ ਕੋਲਡ ਐਗਲੂਟਿਨਿਨ ਹੈ, ਜਾਂ ਲਾਈਪੀਮਿਕ ਸੈਂਪਲ ਹੈ,
या ਤੁਹਾਡਾ ਕੋਈ ਕੈਲੀਬ੍ਰੇਸ਼ਨ ਦਾ ਫਾਲਟ ਹੈ ਜਾਂ ਕੋਈ ਤੁਹਾਡਾ ਰੀਏਜੈਂਟ ਖਰਾਬ ਹੋ ਗਿਆ ਹੈ, 36 ਤੋਂ ਉੱਤੇ ਤੁਹਾਡਾ MCHC ਆ ਰਿਹਾ ਹੈ ਤੇ ਤੁਹਾਨੂੰ ਇੱਕਦਮ ਅਲਰਟ ਹੋ ਜਾਣਾ ਚਾਹੀਦਾ ਹੈ। ਫਿਰ ਉਸ ਤੋਂ ਬਾਅਦ ਤੁਸੀਂ ਦੇਖਣੀ ਜੀ RBC ਦਾ ਹਿਸਟੋਗ੍ਰਾਮ। RBC ਦਾ ਹਿਸਟੋਗ੍ਰਾਮ ਬੇਸਲਾਈਨ ਤੋਂ ਸ਼ੁਰੂ ਹੋ ਰਿਹਾ ਹੈ, ਬੇਸਲਾਈਨ ਤੇ ਖਤਮ ਹੋ ਰਿਹਾ ਹੈ, ਕਿਤੇ ਮਾਈਕਰੋਸਾਈਟ ਜਾਂ ਮੈਕਰੋਸਾਈਟ ਦਾ ਫਲੈਗ ਤੇ ਨਹੀਂ ਆ ਰਿਹਾ। ਫਿਰ ਵਾਰਨਿੰਗ ਜਾਂ ਜਿੰਨੇ ਵੀ ਫਲੈਗ ਸਾਈਨ ਆ ਰਹੇ ਨੇ RBC ਦੇ ਉਹ ਸਾਰੇ ਦੇਖਣੇ ਨੇ। और लास्ट में तुसी RBC पैरामीटर दी वैल्यू देखनी जी, RBC काउंट देखना है, हेमाटोक्रिट देखना है, MCV MCH MCHC देखना है, रेड सेल डिस्ट्रीब्यूशन विड्थ देखनी है, सारे RBC पैरामीटर तुसी देखने हैं। उस तो बाद तुसी प्लेटलेट हिस्टोग्राम देखोगे, सेम वही बेसलाइन तो शुरू होके बेसलाइन खत्म होना चाहिए। फिर सारे प्लेटलेट फ्लैग देखोगे, कोई प्लेटलेट दा फ्लैग एबनॉर्मल प्लेटलेट हिस्टोग्राम, कोई प्लेटलेट क्लंपिंग दा फ्लैग ते नहीं आ रहा। और फिर तुसी सारे प्लेटलेट पैरामीटर के रिजल्ट देखोगे, प्लेटलेट काउंट, मीन प्लेटलेट वॉल्यूम, प्लेटलेट लार्ज सेल रेशियो, प्लेटलेट क्रिट, ए सारे पैरामीटर तुसी प्लेटलेट दे भी देखोगे। और लास्ट से तुसी WBC हिस्टोग्राम देखोगे, WBC हिस्टोग्राम दे फ्लैग देखोगे और फिर सारी वैल्यूज देखोगे। और वैल्यूज दोनों ही देखोगे जी, डिफरेंशियल परसेंटेज भी देखोगे ते एब्सोल्यूट काउंट भी देखोगे, क्योंकि समटाइम्स एक नॉर्मल होके दूजा एबनॉर्मल हो सकता है, तो सानू दोनों तरफ तो देखना पड़ेगा। इस तो बाद जी तुसी अपना जेड़ा लैबोरेटरी दा स्मीयर रिव्यू क्राइटेरिया हैगा वो अप्लाई करोगे बेस्ड ऑन दीज RBC प्लेटलेट और WBC हिस्टोग्राम। तुहाडे जिन्ने फ्लैग हैगे ने, तुहाडी जो वैल्यू है उन्हां दे बेसिस ते जिन्ना जिन्ना सैंपल है तुसी स्मीयर बना के रिव्यू करना है वो करोगे तुसी। हो सकता है किसी सैंपल मान लो कोल्ड एग्लूटिनिन लग रहा है तुहानू, ते तुहानू इनक्यूबेट करके दोबारा सैंपल लगाना पै सकता है, या फिर किसी सैंपल हो सकता है तुसी कोई और टेस्ट करना चाहो, रेटिकुलोसाइट काउंट करना चाहो, या लाइपेमिक सैंपल दोबारा पेशेंट का सैंपल लेना चाहो। ए सब तुसी बेसिकली तुहाडा एंड इच तुसी दी कॉम्प्लीमेंटरी एग्जामिनेशन करोगे। सब तो पहले आपां RBC ते आने जी। RBC दा सब तो इंपॉर्टेंट इंडिसेस हैगा जी MCV और मीन करपस्कुलर वॉल्यूम। इदी नॉर्मल रेंज 76 to 96 फेमटोलीटर होंदी है। जे 76 तो घट है, ए माइक्रोसिटिक RBC है, यूजुअली आयरन डेफिशिएंसी एनीमिया मिलेगा तुहानू, थैलेसीमिया ट्रेट विच मिलेगा जी तुहानू, या अनीमिया ऑफ क्रॉनिक डिजीज विच भी मिल सकता है। जे दी MCV दी वैल्यू 96 तो ज्यादा हैगी, ए बेसिकली मैक्रोसिटिक एनीमिया है। ए मोस्ट कॉमनली तुहानू विटामिन B12 और फोलेट डेफिशिएंसी मिलेगा। उस तो अलावा एल्कोहलिक पेशेंट विच मिल सकता है, हाइपोथायराइड पेशेंट विच मिल सकता है, कदे-कदे कोई पेशेंट कोई ड्रग्स लेंदे ने, जिवें कोई तुसी एंटी एपिलेप्टिक ड्रग ले रहे हो, फेनिटोइन वगैरह, उन्हां च भी बच सकता है। और भी कई कारण हो सकते हैं MCV बदलण दे। ते बेसिकली सब तो पहले फ्लैग आएगा मशीन दा माइक्रोसिटिक दा, मैक्रोसिटिक दा या नॉर्मोसिटिक दा, कि वो 76 तो 96 दे विचकार होएगा तो नॉर्मोसिटिक होएगा। फिर तुसी देखोगे जी MCH और MCHC ए रिलेट होंदा जी तुहाडा हीमोग्लोबिन कंटेंट तो क्रोमेजिया देखदा है तुहाडा। ते बेसिकली अगर MCH MCHC घट है, बेसिकली ए इंडिकेट करता है कि हाइपोक्रोमिया है। हाइपोक्रोमिया यानी मोस्ट कॉमनली देयर इज अ न्यूट्रिशनल डेफिशिएंसी, या तो कोई आयरन की कमी है या कोई B12 फोलेट की कमी है, या दोनों भी हो सकती है। और फिर लास्ट से तुसी देखोगे जी RDW और रेड सेल डिस्ट्रीब्यूशन विड्थ, ए दोनों तरीके नाल देख सकते हैं। SD यानी कि स्टैंडर्ड डिविएशन और CV यानी कि कोएफिशिएंट ऑफ वेरिएशन। और जब ए RDW वधिया होया है, ए बेसिकली दिखा रहा है कि एनाइसोसाइटोसिस है, यानी कि बड़े छोटे दोनों सेल है। और जिन्ना RDW ज्यादा है उन्ना एनाइसोसाइटोसिस ज्यादा है। यूजुअली इंक्रीज या वधिया होया RDW तुहानू न्यूट्रिशनल एनीमिया मिलेगा, भावें तुहाडा आयरन डेफिशिएंसी दा होए, भावें B12 दा होए, भावें फोलेट दा होए। यूजुअली इना इच तुहाडा यूजुअली RDW वधिया हुंदा है। ते इना दे बेसिस ते तुसी वार्निंग फ्लैग जो भी है उस स्मीयर रिव्यू क्राइटेरिया नाल मैच करोगे, और जिन्ना दे तुसी स्मीयर बना के माइक्रोस्कोप ते स्लाइड देखनी है वो दिखवाओगे डॉक्टर को। ए जी तुहाडा एबनॉर्मल MCHC दा CBC हैगा, जिदे तुहाडा MCHC 41.5 आ रहा है। इहदे अलावा तुहाडा हेमाटोक्रिट भी काफी घट आ रहा है, ते तुहानू बेसिकली समझ आ गई कि ये नॉर्मल नहीं आया है, कुछ गड़बड़ हैगी। इनू कंपेयर करो दूजे वाले नाल, इत्थे तुहाडा बिल्कुल नॉर्मल हैगा जी, MCHC 33.4 हैगा। ते इस कंडीशन विच असीं की करना है, असीं देखनी कि कॉज की हैगी। जे तुहानू लगदा है कि इहदे कोल्ड एग्लूटिनिन हो सकते ने, तुसीं आधा घंटा इनू इनक्यूबेट करो, फिर दोबारा लगाओ, तुहाडा ठीक हो जाएगा।
जे पूरी तरह ठीक नहीं होता तो आधा घंटा और इनक्यूबेट करो, फिर लगाओ। जे ਤੁਹਾਨੂੰ ਲੱਗਦਾ ਲਾਈਪੀਮਿਕ ਸੈਂਪਲ ਹੈ ਤੇ ਪੇਸ਼ੈਂਟ ਨੂੰ ਬੋਲੋ ਜੀ ਦੁਬਾਰਾ ਫਾਸਟਿੰਗ ਸੈਂਪਲ ਦੇਵੇ, ਤੁਹਾਨੂੰ ਕਲੀਅਰ ਲਾਈਪੀਮੀਆ ਦਿਖ ਰਿਹਾ ਹੋਏਗਾ। ਇਸ ਤੋਂ ਇਲਾਵਾ ਤੁਹਾਡਾ ਮਸ਼ੀਨ ਦੇ ਵੀ ਫਾਲਟ ਹੋ ਸਕਦੇ ਨੇ, ਕੈਲੀਬ੍ਰੇਸ਼ਨ ਬਹੁਤ ਪੁਰਾਣੀ ਹੋ ਗਈ ਹੈ ਤੇ ਕੈਲੀਬ੍ਰੇਟ ਕਰਾਣੀ ਪੈ ਸਕਦੀ ਮਸ਼ੀਨ, ਜਾਂ ਫਿਰ ਤੁਹਾਨੂੰ ਆਪਣੇ ਰੀਏਜੈਂਟ ਵੀ ਚੈੱਕ ਕਰਨੇ ਪੈ ਸਕਦੇ ਨੇ। ਤੇ ਜਿਵੇਂ ਮੈਂ ਕਿਹਾ MCHC ਮੋਰ ਦੈਨ 36 ਦੇ ਸਭ ਤੋਂ ਕਾਮਨ ਕਾਜ਼ ਹੈਗੇ ਨੇ ਕੋਲਡ ਐਗਲੂਟਿਨਿਨਸ, ਫਿਰ ਹੈਗਾ ਜੀ ਤੁਹਾਡਾ ਲਾਈਪੀਮਿਕ ਸੈਂਪਲ, ਫਿਰ ਤੁਹਾਡੀ improper equipment calibration, एंड लास्टली ਤੁਹਾਡਾ ਲਾਈਜ਼ ਜਾਂ ਡਾਇਲੂਐਂਟ ਦਾ ਇਸ਼ੂ ਵੀ ਹੋ ਸਕਦਾ ਅਗਰ ਇਹ ਫਿਰ ਵੀ ਪਰਸਿਸਟ ਕਰਦੀ ਤੇ ਇੱਕ ਇੱਕ ਕਰਕੇ ਵੀਲ ਹੈਵ ਟੂ ਰੂਲ ਆਊਟ। ਇਹਨੂੰ ਅਸੀਂ ਕਹਿੰਦੇ ਆ ਰੂਟ ਕਾਜ਼ ਐਨਾਲਿਸਿਸ। ਇੱਕ ਇੱਕ ਕਰਕੇ ਤੁਹਾਨੂੰ ਜਿਹੜੀ ਫਾਲਟ ਹੈਗੀ ਉਹਨੂੰ ਰੂਲ ਆਊਟ ਕਰਨਾ ਪਏਗਾ। ਕਦੇ ਕਦੇ ਕੋਈ ਰੇਅਰ ਕੰਡੀਸ਼ਨ ਵਿੱਚ MCHC 36 ਤੋਂ ਜ਼ਿਆਦਾ ਹੋ ਸਕਦਾ ਹੈ, ਜਿਵੇਂ ਆਟੋਇਮਿਊਨ ਹੀਮੋਲਿਟਿਕ ਅਨੀਮੀਆ, ਬਰਨ ਪੇਸ਼ੈਂਟ, ਹੈਰੀਡਿਟਰੀ ਸਪੈਰੋਸਾਈਟੋਸਿਸ ਇੱਕ ਕਿਸਮ ਦਾ ਹੀਮੋਲਿਟਿਕ ਅਨੀਮੀਆ, ਇਹਦੇ ਵਿੱਚ ਵੀ ਜ਼ਿਆਦਾ ਹੋ ਸਕਦਾ ਹੈ। ਔਰ ਸਮਟਾਈਮਸ ਕੈਂਸਰ ਪੇਸ਼ੈਂਟ ਜਿਹੜਾ ਕੀਮੋਥੈਰੇਪੀ ਤੇ ਉਹਦੇ ਵਿੱਚ ਵੀ ਜ਼ਿਆਦਾ ਹੋ ਸਕਦਾ ਹੈ। ਤੇ MCHC ਮੋਰ ਦੈਨ 36 ਵਿੱਚ ਇੱਕ ਵਾਰੀ ਡਾਕਟਰ ਕੋਲੋਂ ਪੇਸ਼ੈਂਟ ਹਿਸਟਰੀ ਲੈਣਾ ਵੀ ਜ਼ਰੂਰੀ ਹੈਗਾ, ਕਿਉਂਕਿ ਬੇਸਿਕਲੀ ਵੀ ਹੈਵ ਟੂ ਰੂਲ ਆਊਟ ਆਲ ਪੋਸੀਬਲ ਕਾਜ਼ਸ। ਇਸ ਤੋਂ ਬਾਅਦ ਜੀ what is a flag or an alarm? ਕੋਈ ਵੀ ਹੀਮੇਟੋਲੋਜੀ ਐਨਾਲਾਈਜ਼ਰ ਹੋਏ 3 ਪਾਰਟ 5 ਪਾਰਟ ਭਾਵੇਂ ਕਿਸੇ ਵੀ ਕੰਪਨੀ ਦਾ ਹੋਏ, ਉਹ ਹਮੇਸ਼ਾ ਫਲੈਗ ਜਾਂ ਅਲਾਰਮ ਦਿੰਦਾ ਹੈ। ਬੇਸਿਕਲੀ ਜਦ ਵੀ ਉਹ ਫਲੈਗ ਜਾਂ ਅਲਾਰਮ ਦੇ ਰਿਹਾ ਉਹ ਤੁਹਾਨੂੰ ਇਹ ਕਹਿ ਰਿਹਾ ਹੈ ਕਿ ਜੀ ਮੇਰੀ ਰੀਡਿੰਗ ਵਿੱਚ ਕੁਛ ਨਾ ਕੁਛ ਐਰਰ ਹੈਗੀ, ਕੋਈ ਨਾ ਕੋਈ ਐਬਨੋਰਮੈਲਿਟੀ ਹੈਗੀ, ਔਰ ਹੁਣ ਤੁਸੀਂ ਮੇਰੀ ਮਸ਼ੀਨ ਦੀ ਰੀਡਿੰਗ ਤੇ ਫੁੱਲੀ ਰਿਲਾਈ ਨਹੀਂ ਕਰ ਸਕਦੇ, ਤੁਹਾਨੂੰ ਕ੍ਰਾਸ ਚੈੱਕ ਕਰਨਾ ਪਏਗਾ। ਫਲੈਗ ਅਲਾਰਮ ਦਾ ਪ੍ਰਾਇਮਰੀ ਪਰਪਸ ਇਹ ਹੈ ਕਿ ਉਹ ਤੁਹਾਡਾ ਧਿਆਨ ਆਪਣੀ ਤਰਫ ਕਰ ਰਿਹਾ ਹੈ ਕਿ ਜੀ ਮੈਂ ਹੁਣ ਠੀਕ ਤਰ੍ਹਾਂ ਕੰਮ ਨਹੀਂ ਕਰ ਪਾ ਰਿਹਾ, ਤੁਸੀਂ ਆ ਕੇ ਇਹਨੂੰ ਕ੍ਰਾਸ ਚੈੱਕ ਕਰੋ, ਵੈਰੀਫਾਈ ਕਰੋ, ਜੋ ਵੀ ਮਰਜ਼ੀ ਕਰੋ। ਤੇ ਇਹ ਅਲਾਰਮ ਕਈ ਕਿਸਮ ਦੇ ਹੋ ਸਕਦੇ ਨੇ। ਕਈ ਵਾਰੀ ਕਿਸੇ ਮਸ਼ੀਨ ਵਿੱਚ ਸਟਾਰ ਆਂਦਾ ਹੈ, ਕਿਤੇ ਡਾਲਰ ਆਂਦਾ ਹੈ, ਕਿਤੇ ਹੈਸ਼ ਆਂਦਾ ਹੈ, ਕਿਤੇ ਸਾਈਡ ਵਿੱਚ ਲਿਖਿਆ ਵੀ ਆ ਜਾਂਦਾ ਹੈ ਕਿ ਜੀ ਕੀ ਫਲੈਗ ਹੈਗਾ, RBC ਦਾ ਫਲੈਗ ਹੈ, ਪਲੇਟਲੇਟ ਦਾ, WBC ਹੈ। ਤੇ ਅਲੱਗ-ਅਲੱਗ ਮਸ਼ੀਨ ਵਿੱਚ ਅਲੱਗ-ਅਲੱਗ ਫਲੈਗ ਹੁੰਦੇ ਨੇ, ਬਟ ਐਵਰੀ ਫਲੈਗ ਨੀਡਸ ਅਟੈਂਸ਼ਨ। ਹਰ ਫਲੈਗ ਤੇ ਤੁਹਾਨੂੰ ਫੋਕਸ ਕਰਨਾ ਹੈ ਔਰ ਬੇਸਿਕਲੀ ਬੇਸਡ ਔਨ ਦੀ ਫਲੈਗ ਤੁਹਾਨੂੰ ਅੱਗੇ ਉਹਦਾ ਰਿਵਿਊ ਕ੍ਰਾਈਟੇਰੀਆ ਬਣਾਉਣਾ ਹੈ। ਤੇ ਫਲੈਗ ਵੀ ਕਈ ਕਿਸਮ ਦੇ ਹੁੰਦੇ ਨੇ ਜੀ। ਸਭ ਤੋਂ ਕਾਮਨ ਜਿਹੜਾ ਫਲੈਗ ਹੁੰਦਾ ਉਹਨੂੰ ਕਹਿੰਦੇ ਆਪਾਂ ਪੈਥੋਲੋਜੀਕਲ ਫਲੈਗ ਜਾਂ ਪੈਥੋਲੋਜੀਕਲ ਅਲਾਰਮ। ਇਹਦੇ ਵਿੱਚ ਕੀ ਹੁੰਦਾ ਹੈ, ਨਾਰਮਲ ਰੇਂਜ ਤੋਂ ਬਾਹਰ ਹੁੰਦਾ ਹੈ। ਮੰਨ ਲਓ ਪਲੇਟਲੇਟ 1 ਲੱਖ ਤੋਂ ਘੱਟ ਹੈਗਾ ਜਾਂ ਪਲੇਟਲੇਟ ਤੁਹਾਡਾ 4-5 ਲੱਖ ਤੋਂ ਜ਼ਿਆਦਾ ਹੈਗਾ, ਇਹ ਤੁਹਾਡਾ ਬੇਸਿਕਲੀ ਪਲੇਟਲੇਟ ਦਾ ਫਲੈਗ ਹੋ ਗਿਆ। WBC ਤੁਹਾਡਾ 4000 ਤੋਂ ਘੱਟ ਹੈਗੀ, 11000 ਤੋਂ ਜ਼ਿਆਦਾ ਹੈਗੀ, ਇਹ ਵੀ ਤੁਹਾਡਾ ਪੈਥੋਲੋਜੀਕਲ ਫਲੈਗ ਹੋ ਗਿਆ। ਹੀਮੋਗਲੋबिन ਤੁਹਾਡਾ ਮੰਨ ਲਓ 10 ਗ੍ਰਾਮ ਤੋਂ ਘੱਟ ਹੈ ਜਾਂ ਤੁਹਾਡਾ 16-17 ਗ੍ਰਾਮ ਤੋਂ ਉੱਤੇ ਹੈਗਾ, ਉਹ ਵੀ ਤੁਹਾਡਾ ਪੈਥੋਲੋਜੀਕਲ ਫਲੈਗ ਹੋ ਗਿਆ। ਤੇ ਇਹ ਬੇਸਿਕਲੀ ਆਊਟਸਾਈਡ ਦਾ ਨਾਰਮਲ ਰੇਂਜ ਦੇ ਫਲੈਗਸ ਹੈਗੇ। ਇਸ ਤੋਂ ਇਲਾਵਾ ਜਿਹੜੇ ਫਲੈਗ ਹੁੰਦੇ ਨੇ ਇਹ ਕਈ ਵਾਰ ਮਿਸ ਹੋ ਜਾਂਦੇ ਨੇ, ਪਰ ਇਹ ਬੜੇ ਇੰਪੋਰਟੈਂਟ ਫਲੈਗ ਹਨ। ਇਹਦਾ ਮਤਲਬ ਹੈ ਸਸਪੀਸ਼ਨ ਫਲੈਗ, यानी कि फ्लैग विच मशीन अपनी काउंट या अपनी मॉर्फोलॉजी ते श्योर नहीं हैगी। जिवें LMNE मैट्रिक्स का फ्लैग आ सकता है स्कैटरग्राम का, यानी कि मशीन अपने डिफरेंशियल ते श्योर नहीं हैगी। WBC RBC प्लेटलेट हिस्टोग्राम का फ्लैग आ सकता है, ਇਹਦੇ ਵਿੱਚ मशीन अपने काउंट ते भी श्योर नहीं हैगी। ਇਸ ਤੋਂ ਇਲਾਵਾ ਕਈ ਵਾਰ ਮਸ਼ੀਨ ਦੇ ਐਨਾਲਾਈਜ਼ਰ ਫਲੈਗਸ ਵੀ ਆਉਂਦੇ ਨੇ। ਇਹ ਯੂਜੂਅਲੀ ਬੇਸਿਕਲੀ ਦੱਸਦੇ ਨੇ ਕਿ ਜੀ ਮਸ਼ੀਨ ਕਈ ਵਾਰ ਰਿਜੈਕਟ ਕਰ ਦਿੰਦੀ ਸੈਂਪਲ ਨੂੰ। फिर कई बार स्टैटिस्टिकल फ्लैग आता है, जब तुसी डेली QC लगाते हो कोई QC रिलेटेड फ्लैग आ सकता है। और कई बार तुसी अगर अपने मशीन के अंदर पेशेंट की डेमोग्राफिक इंफॉर्मेशन भी पाते हो तो तुहानू मशीन कई बार डेल्टा चेक भी दे सकती है कि भाई ए मरीज की असी परसों की सी, यदि प्लेटलेट 3 लाख सी जी अज 50,000 हो गई है, या इदी कल काउंट 20,000 सी जी अज 4,000 हो गई है, तो दैट इज कॉल्ड अ डेल्टा चेक। उस किस्म का फ्लैग भी तुहाडा आ सकता है। सब तो पहले असी आने जी RBC पैरामीटर और हिस्टोग्राम ते। सब तो पहला फ्लैग है MIC फ्लैग, यानी कि असी कहने जी माइक्रोसिटिक RBC है। जे 76 वाले डिटरमिनेंट तो थले 5% तो ज्यादा RBC है ने, तो माइक्रोसिटिक फ्लैग दे देंदा है। आयरन डेफिशिएंसी एनीमिया हो सकता है, बीटा थैलेसीमिया ट्रेट हो सकता है, एनीमिया ऑफ क्रॉनिक डेफिशिएंसी हो सकता है, कोएग्जिस्टिंग बीटा थैल विद आयरन डेफिशिएंसीज भी हो सकता है। सारे कॉमन कॉजेज है ने जी माइक्रोसिटिक एनीमिया दे। जदों मैक दा फ्लैग दे रहा है मैक्रोसिटिक एनीमिया है, जब RBC 45% तो ज्यादा इस एरिया आ जाता है तो मैक्रोसाइट दा फ्लैग दे देता जी। दिस कैन हैपन इन B12 डेफिशिएंसी, फोलेट डेफिशिएंसी, दिस कैन हैपन इन पेशेंट ऑफ अल्कोहलिज्म, हाइपोथायराइडिज्म,
मतलब ਤੁਹਾਡਾ ਸਡਨ ਡਰੱਗਸ ਨਾਲ ਵੀ ਹੋ ਸਕਦਾ ਹੈ। ਤੇ ਬੇਸਿਕਲੀ ਜਦ ਵੀ ਉਹ ਮੈਕਰੋਸਿਟਿਕ ਜਾਂ ਮਾਈਕਰੋਸਿਟਿਕ ਦਾ ਫਲੈਗ ਦੇ ਰਿਹਾ ਹੈ, ਇੱਕ ਵਾਰੀ ਸਮੀਅਰ ਨੂੰ ਦੇਖ ਲੈਣਾ ਅੱਛਾ ਰਹਿੰਦਾ ਜੀ, ਕੋਈ ਉਹਦੇ 'ਚ ਹਰਜ ਨਹੀਂ ਹੈਗਾ। ਇਸ ਤੋਂ ਇਲਾਵਾ ਜੀ ਇਹ ਯੂਜੂਅਲੀ ਤੁਹਾਨੂੰ ਕਈ ਵਾਰ ਲੋਅਰ ਡਿਸਕ੍ਰਿਮੀਨੇਟਰ ਦਾ ਫਲੈਗ ਦੇ ਰਿਹਾ ਹੈ। ਇਹ ਬੜਾ ਇੰਪੋਰਟੈਂਟ ਫਲੈਗ ਹੈਗਾ ਜਿਹੜਾ ਇਹ ਵਾਲਾ ਦਿਖਾ ਰਿਹਾ। ਇਹਦੇ ਮਤਲਬ ਇਹ ਹੈ ਕਿ ਉਹ ਪਲੇਟਲੇਟ ਔਰ ਆਰਬੀਸੀ ਡਿਫਰੈਂਸ਼ੀਏਟ ਨਹੀਂ ਕਰ ਪਾ ਰਿਹਾ, ਤੇ ਉਹ ਪਲੇਟਲੇਟ ਫਲੈਗ ਬੇਸਲਾਈਨ ਨੂੰ ਟੱਚ ਨਹੀਂ ਹੋਇਆ ਔਰ ਆਰਬੀਸੀ ਫਲੈਗ ਬੇਸਲਾਈਨ ਤੋਂ ਸ਼ੁਰੂ ਨਹੀਂ ਹੋਇਆ, ਉਹ ਉੱਪਰੋਂ ਹੀ ਦੋਨੋਂ ਮਿਲ ਗਏ ਨੇ ਜੀ। ਇਹ ਕੱਲ ਅਸੀਂ ਡਿਸਕਸ ਕੀਤਾ ਸੀ, ਕਦੇ ਪਲੇਟਲੇਟ ਕਲੰਪਸ ਹੋਏਗਾ ਜਾਂ ਕਦੇ ਜਾਇੰਟ ਪਲੇਟਲੇਟਸ ਹੋਣਗੇ, ਜਿਵੇਂ ਡੇਂਗੂ ਆਈਟੀਪੀ ਵਗੈਰਾ ਜੋ ਹੋ ਜਾਂਦੇ ਨੇ ਤਾਂ ਵੀ ਇਹ ਫਲੈਗ ਆ ਸਕਦਾ ਹੈ। ਮਾਈਕਰੋਸਿਟਿਕ ਆਰਬੀਸੀ ਬਹੁਤ ਜ਼ਿਆਦਾ ਹੈਗੇ ਨੇ, ਸੀਵੀਅਰ ਆਇਰਨ ਡੈਫੀਸ਼ੀਐਂਸੀਜ਼ ਵੀ ਇਹ ਫਲੈਗ ਆ ਸਕਦਾ ਹੈ। ਜਦ ਆਰਬੀਸੀ ਦੇ ਫ੍ਰੈਗਮੈਂਟਸ ਹੋ ਜਾਣਗੇ ਯਾਨੀ ਹੀਮੋਲਿਟਿਕ ਅਨੀਮੀਆ ਹੋਏਗਾ ਤਾਂ ਵੀ ਇਹ ਫਲੈਗ ਆ ਸਕਦਾ ਹੈ। ਤੇ ਇਹ ਫਲੈਗ ਜਦ ਵੀ ਆਏਗਾ ਆਰਬੀਸੀ ਨੂੰ ਬਹੁਤ ਜ਼ਿਆਦਾ ਫਰਕ ਨਹੀਂ ਪਏਗਾ, ਕਿਉਂਕਿ ਆਰਬੀਸੀ ਤੇ ਜੀ ਲੱਖਾਂ 'ਚ ਮੇਜਰ ਹੋ ਰਿਹਾ। ਆਰਬੀਸੀ ਦੀ ਨਾਰਮਲ ਰੇਂਜ ਹੀ 4 to 6 ਮਿਲੀਅਨ ਹੈ, ਯਾਨੀ 40 ਤੋਂ 60 ਲੱਖ। ਲੇਕਿਨ ਪਲੇਟਲੇਟ ਦੀ ਨਾਰਮਲ ਰੇਂਜ 1.5 ਲੱਖ ਤੋਂ 4.5 ਲੱਖ ਹੈ। ਤੇ ਮੰਨ ਲਓ ਪਲੇਟਲੇਟ ਤੇ 50,000 ਵੀ ਘੱਟ ਗਿਣੇ ਗਏ ਤੇ ਉਹ 1/3 ਰਹਿ ਜਾਏਗਾ। ਆਰਬੀਸੀ ਨੂੰ 50,000 ਫालतू ਗਿਣਿਆ ਗਿਆ ਤੇ ਕੋਈ ਫਰਕ ਨਹੀਂ ਆਏਗਾ। ਤੇ ਮੇਨ ਇਸ ਫਲੈਗ ਦਾ ਜਿਹੜਾ ਮੇਨ ਅਸਰ ਪਲੇਟਲੇਟ ਕਾਊਂਟ ਤੇ ਹੀ ਨਜ਼ਰ ਆਏਗਾ। ਉਸ ਤੋਂ ਇਲਾਵਾ ਜੀ ਤੁਹਾਡਾ ਬੇਸਿਕਲੀ ਆਰਬੀਸੀ ਹਿਸਟੋਗ੍ਰਾਮ ਦਾ ਫਲੈਗ ਹੈਗਾ। ਇਹ ਤੁਹਾਡਾ ਬੇਸਿਕਲੀ ਜਦ ਵੀ ਵੱਧਦਾ ਹੈਗਾ, ਇਹਦਾ ਮਤਲਬ ਇਹ ਹੈਗਾ ਕਿ ਤੁਹਾਡਾ ਬੇਸਿਕਲੀ ਕੋਈ ਨਾ ਕੋਈ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਹੈਗੀ, ਠੀਕ ਹੈ ਨਾ। ਇਹ ਨਾਰਮਲ ਹਿਸਟੋਗ੍ਰਾਮ ਹੋਏਗਾ ਔਰ ਐਮਸੀਵੀ ਘੱਟ ਹੋਏਗਾ, ਯੂਜੂਅਲੀ ਬੀਟਾ ਥੈਲਟ੍ਰੇਟ ਹੀ ਹੋਏਗਾ, ਉਹਦੇ 'ਚ ਕੁਝ ਪ੍ਰੋਬਲਮ ਨਹੀਂ ਹੋਏਗੀ, ਠੀਕ ਹੈ ਨਾ। ਇਸ ਤੋਂ ਇਲਾਵਾ ਤੁਹਾਡਾ ਜੀ ਆਰਬੀਸੀ ਹਿਸਟੋਗ੍ਰਾਮ ਅਗਰ ਸ਼ਿਫਟ ਟੂ ਲੈਫਟ ਹੈ ਔਰ ਆਰਡੀਡਬਲਿਊ ਨਹੀਂ ਵਧਿਆ, ਇਹ ਤੁਹਾਡਾ ਬੀਟਾ ਥੈਲਟ੍ਰੇਟ ਹੈ। ਔਰ ਇਹ ਤੁਹਾਡਾ ਬਾਈਮੋਡਲ ਪੀਕ ਅਗਰ ਦੇਗਾ ਤੇ ਇਹਦਾ ਮਤਲਬ ਡਾਇਮੋਰਫਿਕ ਅਨੀਮੀਆ, ਯਾਨੀ ਕਿ ਆਇਰਨ ਡੈਫੀਸ਼ੀਐਂਸੀ ਵੀ ਹੈਗੀ ਤੇ ਨਾਲ ਹੀ ਨਾਲ ਤੁਹਾਡਾ ਬੀਟਾ ਥੈਲਟ੍ਰੇਟ ਵੀ ਹੈਗਾ, ਦੋਨੋਂ ਚੀਜ਼ਾਂ ਸਾਈਮਲਟੇਨੀਅਸਲੀ ਚੱਲ ਰਹੀਆਂ। ਹੁਣ ਅਸੀਂ ਇੰਟਰਪ੍ਰੀਟੇਸ਼ਨ ਦੇਖਾਂਗੇ ਜੀ ਆਰਬੀਸੀ ਹਿਸਟੋਗ੍ਰਾਮ ਦੀ। ਅਗਰ ਜਿਹੜੀ ਲੈਫਟ ਸਾਈਡ ਦੀ ਕਰਵ ਹੈ ਉਹ ਬੇਸਲਾਈਨ ਨੂੰ ਟੱਚ ਨਹੀਂ ਕਰਦੀ, ਇਹਦਾ ਮਤਲਬ ਬਹੁਤ ਛੋਟੇ ਬਹੁਤ ਨਿੱਕੇ ਆਰਬੀਸੀ ਹੈਗੇ ਨੇ, ਜਾਂ ਕਿ ਤੁਹਾਡੇ ਪਲੇਟਲੇਟ ਆਰਬੀਸੀ ਦੇ ਅੰਦਰ ਆ ਗਏ ਨੇ। ਤੇ ਉਹ ਅਸੀਂ ਹੁਣੇ ਡਿਸਕਸ ਕੀਤਾ ਸੀ ਜੀ, ਸ਼ਿਸਟੋਸਾਈਡ ਜਾਂ ਫ੍ਰੈਗਮੈਂਟਡ ਆਰਬੀਸੀ ਜਾਂ ਮਾਈਕਰੋਸਿਟਿਕ ਆਰਬੀਸੀ ਹੋ ਸਕਦੇ ਨੇ, ਜਾਂ ਫਿਰ ਤੁਹਾਡੇ ਪਲੇਟਲੇਟ ਕਲੰਪਸ ਜਾਂ ਜਾਇੰਟ ਪਲੇਟਲੇट्स भी हो सकते हैं। अगर बायमोडल पीक आ रही है तो या तो है बेसिकली न्यूट्रिशनल एनीमिया है, या रीसेंट ट्रांसफ्यूजन होया है, या बेसिकली दवाई देने तो बाद थेराप्यूटिक रिस्पॉन्स होया है आफ्टर न्यूट्रिशनल एनीमिया। ਇਹਦੇ ਵੀ ਸਮੀਅਰ ਰਿਵਿਊ ਕਰਨਾ ਹੈ ਜੀ ਅਸੀਂ। ਅਗਰ ਰਾਈਟ ਸਾਈਡ ਜਿਹੜੀ ਕਰਵ ਹੈ ਉਹ ਐਕਸਟੈਂਡ ਹੋ ਗਈ ਹੈ, ਉਹਦਾ ਮਤਲਬ ਤੁਹਾਡਾ ਆਟੋ ਐਗਲੂਟੀਨੇਸ਼ਨ ਹੋ ਰਿਹਾ ਹੈ। ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਬੇਸਿਕਲੀ ਤੁਸੀਂ ਪਹਿਲੇ अगर कोल्ड एग्लूटिनेन है तो उन्होंने थोड़ा इंक्यूबेट करके फिर लगाओ, स्मीयर रिव्यू करो। अगर शिफ्ट टू लेफ्ट हैगा तो माइक्रोसिटिक एनीमिया है, और शिफ्ट टू राइट है तो मैक्रोसिटिक एनीमिया है। भावे कोई भी कंडीशन होए, बेसिक रूल एक का ही है जी, तुसी बेसिकली स्मीयर रिव्यू करना ही करना है। इस तो बाद ਅਸੀਂ प्लेटलेट पैरामीटर हिस्टोग्राम ਤੇ ਆਨੇ ਆ। ਇਹ ਬਹੁਤ इंपॉर्टेंट है जी। ਇਹਦੇ ਚ प्लेटलेट सब तो ज्यादा लेबाइल या सब तो ज्यादा वल्नरेबल पैरामीटर है, और वो अक्सर गड़बड़ कर देता है, खासकर जब डेंगू आता है उस वेले ते प्लेटलेट काउंट अक्सर गलत ही आती, क्योंकि जाइंट प्लेटलेट्स मेगाकैरियोसाइट ब्लड स्ट्रीम विच बोन मैरो थ्रो कर रही होंदी प्लेटलेट डिस्ट्रक्शन ਨੂੰ काउंटर ਕਰਨ ਵਾਸਤੇ। ਇਹਨੂੰ ਥੋੜਾ ਹੋਰ ਅਸੀਂ ਡਿਟੇਲ ਵਿੱਚ ਪੜਾਂਗੇ, ਕਿਉਂਕਿ ਇਹ ਬੇਸਿਕਲੀ ਲੈਬੋਰੇਟਰੀ ਦੀ ਜਿਹਨੂੰ ਕਹਿੰਦੇ ਨਾ ਦੁਖਤੀ ਰੱਤ ਹੈਗੀ। ਤੇ ਸਭ ਤੋਂ ਪਹਿਲਾਂ ਪਲੇਟਲੇਟ ਕੀ ਹੁੰਦੇ ਨੇ ਜੀ? ਪਲੇਟਲੇਟਸ स्मॉल राउंड सेल होंगे ने जेडे ब्लड क्लॉटिंग हेल्प करते हैं जी। इन्हां दी नॉर्मल रेंज 1.5 लाख तो 4.5 लाख है, और वो ब्लीडिंग रोकते हैं 3 मैकेनिज्म तो। सब तो पहले एडिशन है, यानी कि वो इंजरी साइट से जाके चिपक जाते हैं। फिर क्लंपिंग है। क्लंपिंग का मतलब है कि वो एक दे उत्ते एक जुड़ के इकट्ठे हो जाते हैं, और फिर वो कंपाउंड रिलीज करते हैं जेड़ा फिर एग्रीगेशन नू स्टिमुलेट करता है, यानी कि एक दे उत्ते एक जुड़ के वो एक किस्म का हीमोस्टैटिक प्लग बनाते हैं, जिदे करके ब्लीडिंग रुक जाती है। ते प्लेटलेट कॉमनली 2 किस्म की कंडीशन बढ़ते हैं जी। एक तो तुहाडा कोई माइलोप्रोलिफरेटिव डिसऑर्डर होए, मान ले तुहाडा CML हो गया, या तुहाडा कोई थ्रोम्बोस तुहाडा एसेंशियल थ्रोम्बोसाइटोपेनिया हो गया, या फिर कोई इन्फ्लेमेटरी कंडीशन होती है, कोई इन्फेक्शन हो गया, एक्यूट इन्फ्लेमेशन, क्रॉनिक इन्फ्लेमेशन, है ना। सब कंडीशन ही तुहाडा प्लेटलेट काउंट बढ़ जाता है। आयरन डेफिशिएंसी एनीमिया जी प्लेटलेट काउंट बढ़ जाता है जी।
CML chronic myeloid leukemia, essential thrombocythemia, और ਤੁਹਾਡੀ ਕੋਈ ਵੀ ਇਨਫੈਕਸ਼ਨ ਹੋਏ ਬੋਡੀ acute chronic inflammation ਵਿੱਚ ਵੀ ਪਲੇਟਲੇਟ ਵੱਧ ਜਾਂਦੇ ਨੇ। ਇਸ ਤੋਂ ਇਲਾਵਾ ਆਇਰਨ ਡੈਫੀਸ਼ੀਐਂਸੀ ਐਨੀਮੀਆ ਵਿੱਚ ਵੀ ਪਲੇਟਲੇਟ ਵੱਧ ਜਾਂਦੇ ਨੇ, ਔਰ ਪਲੇਟਲੇਟ ਕਾਊਂਟ ਘਟ ਜਾਂਦੇ ਨੇ ਲੌਂਗ ਟਰਮ ਬਲੀਡਿੰਗ ਪ੍ਰੋਬਲਮਸ ਵਿੱਚ, ITP ਵਗੈਰਾ, और थ्रोम्बोसाइटोपोइसिस डिसऑर्डर यानी कि ਤੁਹਾਡਾ ਕੋਈ बोन मैरो हाइपोप्लेजिया हो गया, एप्लेजिया हो गया, और पेरिफेरल प्लेटलेट डिस्ट्रक्शन डेंगू वगैरह भी ਤੁਹਾਡੇ प्लेटलेट घट ਜਾਂਦੇ ਨੇ। नाउ कमिंग टू दी प्लेटलेट हिस्टोग्राम, ਇਹਦੇ ਚ ਦੋ ਵੇਰੀਏਬਲ ਡਿਸਕ੍ਰਿਮੀਨੇਟਰ ਹੁੰਦੇ ਨੇ। ਜਿਹੜਾ ਲੋਅਰ ਵਾਲਾ ਹੁੰਦਾ ਹੈ ਉਹ ਯੂਜੂਅਲੀ 2 ਫੈਮਟੋਲੀਟਰ ਤੇ ਹੁੰਦਾ ਹੈ, ਔਰ ਅਪਰ ਵਾਲਾ ਤੁਹਾਡਾ 25 to 30 ਫੈਮਟੋਲੀਟਰ ਤੇ ਹੁੰਦਾ ਹੈ। ਇਸ ਤੋਂ ਇਲਾਵਾ ਇੱਕ ਫਿਕਸਡ ਡਿਸਕ੍ਰਿਮੀਨੇਟਰ ਹੁੰਦਾ ਹੈ ਵਿਚਕਾਰ ਵਾਲਾ, ਇਹ ਹਮੇਸ਼ਾ 12 ਫੈਮਟੋਲੀਟਰ ਤੇ ਹੁੰਦਾ ਜੀ। ਤੇ ਬੇਸਿਕਲੀ ਪਲੇਟਲੇਟ ਹਿਸਟੋਗ੍ਰਾਮ 2 ਫੈਮਟੋਲੀਟਰ ਵਾਲੇ ਡਿਸਕ੍ਰਿਮੀਨੇਟਰ ਤੋਂ ਸ਼ੁਰੂ ਹੋ ਕੇ 25-30 ਫੈਮਟੋਲੀਟਰ ਦੇ ਡਿਸਕ੍ਰਿਮੀਨੇਟਰ ਤੱਕ ਖਤਮ ਹੋ ਜਾਣਾ ਚਾਹੀਦਾ। ਬੇਸਲਾਈਨ ਤੋਂ ਸ਼ੁਰੂ ਹੋ ਕੇ ਬੇਸਲਾਈਨ ਤੇ ਹੀ ਖਤਮ ਹੋ ਜਾਣਾ ਚਾਹੀਦਾ। ਇਹਦੇ ਚ ਜਿਹੜਾ ਪਲੇਟਲੇਟ 12 ਵਾਲਾ ਕਿਉਂ ਇੰਪੋਰਟੈਂਟ ਹੁੰਦਾ ਹੈ, ਕਿਉਂਕਿ 12 ਫੈਮਟੋਲੀਟਰ ਇੱਕ ਕਟ ਆਫ ਹੈਗੀ ਲਾਰਜ ਪਲੇਟਲੇਟ ਦੀ, ਤੇ ਜਿਹੜਾ ਟੋਟਲ ਪਲੇਟਲੇਟ ਦਾ ਏਰੀਆ ਹੁੰਦਾ ਉਹਦੇ ਚੋਂ 12 ਫੈਮਟੋਲੀਟਰ ਤੇ ਜਿਹੜਾ ਸੱਜੇ ਪਾਸੇ ਦਾ ਜਿਹੜਾ ਏਰੀਆ ਹੁੰਦਾ ਹੈ ਉਹਨੂੰ ਜਦ ਅਸੀਂ ਟੋਟਲ ਏਰੀਆ ਤੋਂ ਡਿਵਾਈਡ ਕਰਕੇ ਪਰਸੈਂਟੇਜ ਕਰਨੇ ਆ, ਇਹਨੂੰ ਅਸੀਂ ਕਹਿੰਦੇ ਆ ਪਲੇਟਲੇਟ ਲਾਰਜ ਸੈਲ ਰੇਸ਼ੋ। ਤੇ ਮੀਨ ਪਲੇਟਲੇਟ ਵੋਲਿਊਮ, ਪਲੇਟਲੇਟ ਲਾਰਜ ਸੈਲ ਰੇਸ਼ੋ, ਇਹ ਦੋਨੋਂ ਇੰਡੀਕੇਟਰ ਹੁੰਦੇ ਨੇ ਜਾਇੰਟ ਪਲੇਟਲੇਟਸ ਦੇ ਜੀ। ਔਰ ਪਲੇਟਲੇਟ ਡਿਸਟ੍ਰੀਬਿਊਸ਼ਨ ਵਿਡਥ ਔਰ PDW, ਜਿਵੇਂ RDW ਇੰਡੀਕੇਟਰ ਹੁੰਦੀ ਹੈ RBC ਐਨੋਸਾਈਟੋਸਿਸ ਦੀ, ਉਵੇਂ PDW ਇੰਡੀਕੇਟਰ ਤੁਹਾਡਾ ਹੈਗਾ ਜੀ ਪਲੇਟਲੇਟ ਐਨੋਸਾਈਟੋਸਿਸ ਦਾ। ਠੀਕ ਹੈ ਨਾ ਜੀ। ਹੁਣ ਅਸੀਂ ਦੇਖਦੇ ਹਾਂ ਜੀ ਹਿਸਟੋਗ੍ਰਾਮ, ਕਿਉਂਕਿ ਜਦ ਵੀ ਤੁਹਾਡੇ ਕੋਲ ਡੇਂਗੂ ਵਿੱਚ ਪਲੇਟਲੇਟ ਘੱਟ ਆਣਗੇ ਸਭ ਤੋਂ ਪਹਿਲਾਂ ਤੁਸੀਂ ਹਿਸਟੋਗ੍ਰਾਮ ਹੀ ਦੇਖਣਾ। ਜੇ ਇਹ ਹਿਸਟੋਗ੍ਰਾਮ ਮੈਨੂੰ ਦੇਖਣ ਨੂੰ ਮਿਲ ਰਿਹਾ ਹੈ, ਮੈਂ ਭਾਵੇਂ ISL ਚ ਕੁਝ ਵੀ ਕਹੇ, ਮੈਂ 50,000 ਦਾ ਪਲੇਟਲੇਟ ਵੀ ਰਿਪੋਰਟ ਕਰ ਦਿਆਂਗਾ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਜੀ। ਬੇਸਲਾਈਨ ਤੋਂ ਸ਼ੁਰੂ ਹੋ ਰਿਹਾ, ਬੇਸਲਾਈਨ ਤੇ ਖਤਮ ਹੋ ਰਿਹਾ, ਦੋਨੋਂ ਡਿਸਕ੍ਰਿਮੀਨੇਟਰ ਦੇ ਵਿੱਚੋਂ ਵਿੱਚ ਪਿਆ ਹੋਇਆ, ਕੋਈ ਪੰਗਾ ਨਹੀਂ ਹੈ। ਲੇਕਿਨ ਜੇ ਮੈਨੂੰ ਇਸ ਕਿਸਮ ਦੇ ਹਿਸਟੋਗ੍ਰਾਮ ਮਿਲ ਰਹੇ ਨੇ ਕਿ ਉਹ ਸੱਜੇ ਪਾਸੇ ਬੇਸਲਾਈਨ ਤੇ ਟੱਚ ਹੀ ਨਹੀਂ ਹੋਇਆ ਔਰ ਉੱਥੇ RBC ਸ਼ੁਰੂ ਹੋ ਗਿਆ, ਔਰ ਜੇ ਇਹ ਮਿਲ ਰਿਹਾ ਜਿੱਥੇ ਕਿ ਉਹ ਬੇਸਿਕਲੀ ਮਲਟੀਪਲ ਪੀਕਸ ਬਣਾ ਕੇ ਕਲੰਬ ਜਿਹਾ ਬਣਾ ਰਿਹਾ ਹੈ, ਇਹ ਵਾਲੇ ਹਿਸਟੋਗ੍ਰਾਮ ਵਿੱਚ ਜੇ ਮੈਨੂੰ 1.5 ਲੱਖ ਦੀ ਰਿਪੋਰਟ ਕਰਨਾ ਪਏ ਤੇ ਮੈਂ ਨਹੀਂ ਕਰਾਂਗਾ, ਮੈਨੂੰ ਸਲਾਈਡ ਦੇਖਾਂਗਾ ਹੀ ਦੇਖਾਂਗਾ, ਕਿਉਂਕਿ ਗੜਬੜ ਹੋ ਸਕਦੀ ਹੈ। ਤੇ ਖਾਲੀ ਕਾਊਂਟ ਤੇ ਸਲਾਈਡ ਨਹੀਂ ਦੇਖਣੀ, तो ਅਸੀਂ ਹਿਸਟੋਗ੍ਰਾਮ ਵੀ ਦੇਖਣਾ ਦੋਨੋਂ। ਜੇ ਹਿਸਟੋਗ੍ਰਾਮ ਐਬਨੋਰਮਲ ਹੈ ਤੇ 1.5 ਲੱਖ ਦੀ ਨੂੰ ਵੀ ਸਲਾਈਡ ਬਣਾਣੀ ਪਏਗੀ ਜੀ ਤੁਹਾਨੂੰ। ਦੋ ਕਿਸਮ ਦੇ ਹਿਸਟੋਗ੍ਰਾਮ ਹੁੰਦੇ ਨੇ, ਇੱਕ ਜਿਹੜਾ ਲੋਅਰ ਸਾਈਡ ਡਿਸਕ੍ਰਿਮੀਨੇਟਰ यानी कि 2 ਫੈਮਟੋਲੀਟਰ ਵਾਲਾ ਡਿਸਕ੍ਰਿਮੀਨੇਟਰ ਹੈ, ਉਹਦੀ ਬੇਸਲਾਈਨ ਤੋਂ ਉੱਤੇ ਸ਼ੁਰੂ ਹੁੰਦੇ ਨੇ 10% ਤੋਂ ਉੱਤੇ। ਇਹ ਵਾਲਾ ਜਿਹੜਾ PL ਫਲੈਗ ਹੁੰਦਾ ਵੇ, ਇਹ ਯੂਜੂਅਲੀ ਦਿਖਦਾ ਹੈ ਜਦ ਤੁਹਾਡੀ ਬਲੈਂਕ ਵੈਲੀ ਹੁੰਦੀ ਹੈ, ਸੈਲ ਫ੍ਰੈਗਮੈਂਟਸ ਹੁੰਦੇ ਨੇ, यानी कि ਕੈਂਸਰ ਕੀਮੋਥੈਰੇਪੀ ਕਈ ਵਾਰ WBC ਦੇ ਫ੍ਰੈਗਮੈਂਟ ਟੁੱਟ ਜਾਂਦੇ ਨੇ, RBC ਦੇ ਫ੍ਰੈਗਮੈਂਟ ਟੁੱਟ ਜਾਂਦੇ ਨੇ, ਹਾਈ ਬੈਕਟੀਰੀਅਲ ਕਾਊਂਟ ਹੁੰਦਾ ਹੈ, और यार रिएजेंट ਤੁਹਾਡਾ ਕੰਟੈਮੀਨੇਟ ਹੋ ਜਾਏ। ਮੋਸਟ ਕਾਮਨਲੀ ਇਹ ਕੰਟੈਮੀਨੇਟਿਡ ਰਿਏਜੈਂਟ ਹੀ ਦਿਖਦਾ ਹੈ, ਕਦੇ ਕਦੇ ਇਹ ਤੁਹਾਡਾ ਕ੍ਰਾਇਓ ਪ੍ਰੈਸਿਪਿਟੇਟ ਜਾਂ ਕੋਲਡ ਐਗਲੂਟਿਨਿਨ ਵਗੈरह ਚ ਵੀ ਦਿਖ ਜਾਂਦਾ ਹੈ ਇਹ ਵਾਲਾ। ਫਿਰ ਇਹ ਜ਼ਿਆਦਾ ਕਾਮਨ ਡਿਸਕ੍ਰਿਮੀਨੇਟਰ ਹੈਗਾ ਜਿਹਦੇ ਅਪਰ ਡਿਸਕ੍ਰਿਮੀਨੇਟਰ 33% ਤੋਂ ਉੱਤੇ ਹੁੰਦਾ ਹੈ। ਇਹਦਾ ਮਤਲਬ ਹੈ ਕਿ ਮਸ਼ੀਨ ਹੁਣ ਪਲੇਟਲੇਟ ਔਰ RBC ਡਿਫਰੈਂਸ਼ੀਏਟ ਨਹੀਂ ਕਰ ਪਾ ਰਹੀ। ਇਹਦੀ ਕਾਜ਼ ਮੈਂ ਤੁਹਾਨੂੰ ਹੁਣੇ ਥੋੜੀ ਦੇਰ ਪਹਿਲੇ RBC ਵੀ ਦੱਸੀ ਸੀ, ਜਾਇੰਟ ਪਲੇਟਲੇਟ, ਪਲੇਟਲੇਟ ਕਲੰਪ, माइक्रोसिटिक RBC और फ्रेगमेंटेड RBC, है ना, सब कंडीशन विच ये वाला डिस्क्रिमिनेटर भी एक्टिवेट हो जाएगा जी। वही मैं ਤੁਹਾਨੂੰ ਕਿਹਾ ਸੀ, बेसिकली प्लेटलेट और RBC डिफरेंशिएशन नहीं हो पा रही। अलार्म दी ਅਸੀਂ, ठीक है जी। ਇਹ ਤੁਹਾਡਾ ਮਾਈਕਰੋਸਿਟਿਕ ਹਾਈਪੋਕ੍ਰੋਮਿਕ RBC ਦਾ ਅਲਾਰਮ ਹੈ, ਜਿਹਦੇ ਤੁਹਾਡਾ बेसिकली RBC ਦਾ ਡਿਸਕ੍ਰਿਮੀਨੇਟਰ ਖੱਬੇ ਪਾਸੇ ਸ਼ਿਫਟ ਹੋ ਗਿਆ। ਇਹਦੇ ਚ ਕੀ ਹੈ ਕਿ ਮਾਈਕਰੋਸਿਟਿਕ ਔਰ ਸਟਾਰ ਦੋਨੋਂ ਆ ਰਹੇ ਨੇ, ਕਿਉਂਕਿ ਤੁਹਾਡਾ ਬੇਸਲਾਈਨ ਟੱਚ ਨਹੀਂ ਹੋਈ। ਔਰ ਇਹ ਤੁਹਾਡਾ SCH ਅਲਾਰਮ ਹੈ, ਜਿਹਦੇ ਕੀ ਤੁਹਾਡਾ ਬੇਸਿਕਲੀ RBC ਪਹਿਲੇ ਹੀ ਉਹ ਕਰਨ ਲੱਗਿਆ, ਔਰ ਇੱਕ ਹੋਰ ਤੁਹਾਡਾ SCH ਆਂਦਾ ਜਿਹੜਾ ਕਿ ਤੁਹਾਡਾ PL ਫਲੈਗ ਵੀ ਸੀ। तो अलग अलग मशीन अलग-अलग फ्लैग आंदे ने, मोटे तौर पे पर्पस सेम ही हैगा जी। स्मीयर रिव्यू हर एक करना है, रिजल्ट एक्सेप्टेबल नहीं है जी। ये वाला मैं ਤੁਹਾਨੂੰ ऑलरेडी दसता है, लेफ्ट साइड ਦਾ ਜਿਹੜਾ कॉज हैगा वो हाई ब्लैंक वैल्यू सेल फ्रैगमेंट,
high number of bacteria contaminated reagent, and sometimes rarely platelet aggregation can also lead to this kind of flag. The platelet aggregation ਤੁਹਾਡਾ left side ਦਾ flag भी create कर सकता है, ਤੁਹਾਡਾ right side ਦਾ flag भी create कर सकता है, दोनों तरफ ਦਾ flag create कर सकता है। ਤੇ ਹੁਣ platelet large cell ratio ਅਸੀਂ discuss ਕਰ ਹੀ ਲਿਆ ਸੀ ਕਿ 12 femtoliter ਤੋਂ ਉੱਤੇ ਵਾਲਾ ਏਰੀਆ ਹੈ, ਇਹਨੂੰ absolute ਵਿੱਚ ਵੀ ਕਰ ਸਕਦੇ ਆ, ਇਹਨੂੰ percentage form ਵਿੱਚ ਵੀ ਕਰ ਸਕਦੇ ਆ, और यूजुअली जाइंट प्लेटलेट्स जब ज्यादा होंगे तो प्लेटलेट लार्ज सेल रेशियो बढ़ जाएगा। ISLH यानी कि इंटरनेशनल सोसाइटी ऑफ लैब हीमाटोलॉजी है, सब तो ਜਿਹੜੀ रेप्यूटेड बॉडी हैगी हीमाटोलॉजी ਸਮੀਅਰ ਰਿਵਿਊ ਦੀ ਗਾਈਡਲਾਈਨਸ ਬਣਾਉਂਦੀ ਹੈ, ਉਹਨਾਂ ਦੇ ਗਾਈਡਲਾਈਨ ਮੈਂ ਤੁਹਾਨੂੰ ਦੱਸ ਰਿਹਾ, ਤੁਸੀਂ ਆਪਣੀ ਲੈਬ ਵਿੱਚ ਮੋਡੀਫਾਈ ਕਰ ਸਕਦੇ ਹੋ, ਜ਼ਰੂਰੀ ਨਹੀਂ ਹੈ ਕਿ ਐਗਜ਼ੈਕਟਲੀ ਇਹਨੂੰ ਕਾਪੀ ਪੇਸਟ ਕਰਨਾ ਹੈ, पर यह एक अच्छा रेफरेंस पॉइंट है सानू अपने गाइडलाइन बनाने वास्ते। जब तुम्हारा प्लेटलेट काउंट 1 लाख तो घट होए या 10 लाख तो ज्यादा होए, जब तुम्हारी मशीन कोई भी प्लेटलेट फ्लैग दे, भावे काउंट नॉर्मल ही क्यों ना होए, जब मशीन तुम्हारा प्लेटलेट क्लम्प फ्लैग दे, इन्हां सब कंडीशन तुसी सब तो पहला देखना सैंपल विच कोई माइक्रो क्लॉट ते नहीं है, फिर तुसी जी स्लाइड रिव्यू बनाना है, और अगर क्लम्प दोबारा परसिस्ट करता है तो फिर तुसी दोबारा सैंपल लेना, हो सकता है तुहाडा से पहली बार सैंपल लेने च कोई गड़बड़ हो गई है। ते यह मोटा मोटी क्राइटेरिया है, फॉलो करोगे तो तुहाडे प्लेटलेट काउंट दा इशू काफी हद तक 100% नहीं मैं कहता, पर 95% रिजॉल्व हो जाएगा जो भी तुहाडी लैब विच आ रहा है। हुण असीं आने आ जी WBC पैरामीटर और हिस्टोग्राम्स से, पहले 3 पार्ट ते आ रहे हैं जी। ਇਹ ਦੋ ਮੋਬਾਈਲ ਥ੍ਰੈਸ਼ੋਲਡ ਹੈਗੀਆਂ, ਇਹ ਵਾਲੀ ਲਿੰਫੋਸਾਈਟ ਆਦੀ ਮੋਬਾਈਲ ਥ੍ਰੈਸ਼ੋਲਡ ਹੈ ਤੇ ਇਹ ਗ੍ਰੈਨੂਲੋਸਾਈਟ ਦੀ ਮੋਬਾਈਲ ਥ੍ਰੈਸ਼ੋਲਡ ਹੈ। ਇਹਨਾਂ ਦੋਨਾਂ ਦੇ ਵਿਚਕਾਰ ਦਾ ਏਰੀਆ ਜਿਹੜਾ ਹੈ ਤੁਹਾਡਾ ਮੋਨੋਸਾਈਟ ਹੈਗਾ ਜੀ। ਇਹ ਹੁਣ ਅਲੱਗ-ਅਲੱਗ ਕਿਸਮ ਦੇ ਫਲੈਗ ਆਦੇ, ਭਾਵੇਂ ਕੋਈ ਵੀ ਫਲੈਗ ਆਏ L1 M2 G1 G2 G3, अल्टीमेटली ਤੁਹਾਨੂੰ ਸਮੀਅਰ ਰਿਵਿਊ ਕਰਨਾ ਹੀ ਪਏਗਾ, ਕਿਉਂਕਿ 3 ਪਾਰਟ ਡਿਫਰੈਂਸ਼ੀਅਲ ਵੈਸੇ ਹੀ ਤੁਸੀਂ ਸਮਝ ਸਕਦੇ ਹੋ ਕਿ ਕਿਉਂਕਿ ਉਹ 5 ਪਾਰਟ ਨਹੀਂ ਹੈਗਾ ਤਾਂ ਉਹਦਾ DLC ਬਹੁਤ ਜ਼ਿਆਦਾ ਰਿਲਾਇਬਲ ਨਹੀਂ ਹੈਗਾ। ਸਭ ਤੋਂ ਪਹਿਲਾਂ ਜੀ ਤੁਹਾਡਾ L1 ਫਲੈਗ ਆਏਗਾ, ਇਹ ਲਿੰਫੋਸਾਈਟ ਤੋਂ ਖੱਬੇ ਪਾਸੇ ਆਏਗਾ। ਜਲਦੀ if you could mute somebody is on, there's some voice in the background. Sir, I'm muted. Yeah. You can go ahead now. Yeah. सब तो पहला ਤੁਹਾਡਾ L1 ਫਲੈਗ ਆਏਗਾ ਜੀ। ਇਹ ਬੇਸਿਕਲੀ ਤੁਹਾਡਾ ਲਿੰਫੋਸਾਈਟ ਦਾ ਜਿਹੜਾ ਤੁਹਾਡਾ ਪੀਕ ਹੈ ਉਸ ਤੋਂ ਖੱਬੇ ਪਾਸੇ ਆਏਗਾ। ਇਹ ਯੂਜੂਅਲੀ ਬੇਸਿਕਲੀ ਨੋਇਜ਼ ਦਾ ਏਰੀਆ ਹੁੰਦਾ ਹੈ। ਬੇਸਿਕਲੀ ਇਹਦੇ ਜਾਂ ਤੇ ਤੁਹਾਡੇ ਪਲੇਟਲੇਟ ਐਗਰੀਗੇਟਸ ਹੋਣਗੇ ਜਾਂ ਕਦੇ-ਕਦੇ ਤੁਹਾਡੇ ਨਿਊਕਲੀਏਟਿਡ RBC ਹੋ ਜਾਂਦੇ ਨੇ ਕਿਸੇ ਹੀਮੋਲਿਟਿਕ ਐਨੀਮੀਆ ਵਗੈਰਾ ਵਿੱਚ, ਜਾਂ ਮਲੇਰੀਅਲ ਪੈਰਾਸਾਈਟ ਹੋਏਗਾ, या कदे-कदे न्यूक्लियर डेब्रिस होंदी है। सब तो लेफ्ट साइड ते आंदा है, और यूजुअली जब यह फ्लैग आए तो तुसी एक बार जब स्मीयर देखो तो खासकर प्लेटलेट एग्रीगेट और मलेरियल पैरासाइट नु जरा ज्यादा ध्यान नाल देखना। उस तो बाद है जी M2 फ्लैग आंदा है, ए यूजुअली तुहाडा लिम्फो और मोनो दे विचकार आंदा है तुहाडा फ्लैग। ਇਹਦੇ ਯੂਜੂਅਲੀ ਤੁਹਾਡੇ ਲਿੰਫੋਬਲਾਸਟ ਹੋ ਸਕਦੇ ਨੇ, ਯਾਨੀ ਕਿ ਬੇਸਿਕਲੀ ਏਟਿਪੀਕਲ ਲਿੰਫੋਸਾਈਟਸ ਹੋ ਸਕਦੇ ਨੇ, ਮਾਈਲੋਸਾਈਟਸ ਹੋ ਸਕਦੇ ਨੇ, ਰਿਐਕਟਿਵ ਲਿੰਫੋਸਾਈਟ ਜਾਂ ਵਾਇਰੋਸਾਈਟ ਹੋ ਸਕਦੇ ਨੇ। ਕੋਈ ਵਾਇਰਲ ਇਨਫੈਕਸ਼ਨ ਵਿੱਚ ਕਿਸੇ ਅਸੀਂ ਉਹਨੂੰ ਏਟਿਪੀਕਲ ਲਿੰਫੋਸਾਈਟਸ ਵੀ ਕਹਿ ਦਿੰਦੇ ਆ, ਕਿਸੇ ਮਸ਼ੀਨ ਵਿੱਚ ਇਹਨੂੰ ਅਸੀਂ ਹਾਈ ਫਲੋਰੋਸੈਂਸ ਸੈੱਲ ਵੀ ਕਹਿ ਦਿੰਦੇ ਆ, ਕੋਈ ਮਸ਼ੀਨ ਉਹਨੂੰ HFLC ਜਾਂ ਹਾਈ ਫਲੋਰੋਸੈਂਟ ਲਿੰਫੋਸਿਟਿਕ ਸੈੱਲ ਵੀ ਕਹਿੰਦੀ ਹੈ, ਜਾਂ ਫਿਰ ਬੇਸੋਫਿਲੀਆ ਵੀ ਹੋ ਸਕਦਾ ਹੈ ਜਾਂ ਸੂਡੋ ਬੇਸੋਫਿਲੀਆ ਵੀ ਹੋ ਸਕਦਾ ਹੈ। ਇਸ ਏਰੀਆ 'ਚ ਜਾਓਗੇ ਤੇ ਸਮੀਅਰ ਨੂੰ ਤੁਸੀਂ ਰਿਵਿਊ ਫਿਰ ਵੀ ਕਰਨਾ ਹੈ ਜੀ। ਇਸ ਤੋਂ ਸੱਜੇ ਪਾਸੇ ਤੁਹਾਡਾ G1 ਫਲੈਗ ਹੈ, ਇਹ ਬੇਸਿਕਲੀ ਤੁਹਾਡਾ ਮੋਨੋ ਔਰ ਗ੍ਰੈਨੂਲੋ ਦੇ ਵਿਚਕਾਰ ਹੈ। ਉਹਦੇ ਤੁਹਾਡਾ ਈਜ਼ਨੋਫਿਲੀਆ ਹੋ ਸਕਦਾ ਹੈ, ਮਾਈਲੋਸਾਈਟ ਹੋ ਸਕਦੇ ਨੇ, ਜਾਂ ਫਿਰ ਤੁਹਾਡੇ ਥੋੜਾ ਜਿਹਾ ਸ਼ਿਫਟ ਟੂ ਲੈਫਟ ਹੋ ਸਕਦਾ ਹੈ, ਬੈਂਡ ਫਾਰਮ ਵਗੈਰਾ ਵੀ ਹੋ ਸਕਦੇ ਨੇ। ਫਿਰ ਇਹ ਤੁਹਾਡਾ G2 ਫਲੈਗ ਆਏਗਾ। ਇਹ ਬੇਸਿਕਲੀ ਯੂਜੂਅਲੀ ਕੋਈ ਗ੍ਰੈਨੂਲੋਸਾਈਟ ਮੈਂਬਰੇਨ ਦੀ ਪ੍ਰੋਬਲਮ ਹੋ ਸਕਦੀ ਹੈ, ਕੋਈ ਰੀਏਜੈਂਟ ਪ੍ਰੋਬਲਮ ਹੋ ਸਕਦੀ ਹੈ, या फिर ਤੁਹਾਡਾ ਕੋਈ ओल्ड ਡੀਜਨरेटेड ब्लड हो सकता है। यूजुअली ਤੁਸੀਂ जब भी CBC लगाना है, खासकर 3 पार्ट ਤੇ ਉਹ ਕੋਸ਼ਿਸ਼ ਕਰਨੀ ਜੀ 6 ਘੰਟੇ ਦੇ ਅੰਦਰ ਹੀ ਲਗਾਣੀ ਹੈ। ਜਿਸ ਤੋਂ ਪੁਰਾਣਾ ਸੈਂਪਲ ਜਿੰਨਾ ਹੁੰਦਾ ਜਾਏਗਾ ਉਹਨਾਂ ਉਹ ਸੈਲ ਡੀਜਨरेट ਹੋਣੇ ਤੁਹਾਡੇ ਸ਼ੁਰੂ ਹੋ ਜਾਣਗੇ। ਔਰ ਗ੍ਰੈਨੂਲੋਸਾਈਟ ਦੇ ਰਾਈਟ ਤੇ ਇੱਕ ਆਂਦਾ ਹੈ G3 ਫਲੈਗ।
ਇਹਦੇ ਯੂਜੂਅਲੀ ਮੈਟਾਮਾਈਲੋਸਾਈਟ ਹੁੰਦੇ ਨੇ ਜਾਂ ਲਾਰਜ ਇਮੈਚੁਰ ਸੈੱਲ ਹੁੰਦੇ ਨੇ। ਲਾਰਜ ਇਮੈਚੁਰ ਸੈੱਲ यानी कि कोई भी ਤੁਹਾਡਾ ਬਲਾਸਟ ਸੈੱਲ ਵੀ ਹੋ ਸਕਦਾ ਹੈ, ਪ੍ਰੋਮਾਈਲੋਸਾਈਟ ਵੀ ਹੋ ਸਕਦਾ ਹੈ, ਕੁਝ ਵੀ ਹੋ ਸਕਦਾ ਹੈ। ਬॉटम ਲਾਈਨ ਇਹ ਹੈਗੀ ਜੀ ਕਿ ਕੋਈ ਵੀ ਫਲੈਗ ਆਏ ਤੁਸੀਂ ਬੇਸਿਕਲੀ ਉਹਦਾ ਸਮੀਅਰ ਰਿਵਿਊ ਵੀ ਕਰਨਾ ਹੈ ਔਰ ਉਹਦਾ ਡਿਫਰੈਂਸ਼ੀਅਲ ਵੀ ਮੈਨੂਅਲੀ ਕਰਨਾ ਹੈ ਜੀ। ठीक है ना जी। ਹੁਣ ਅਸੀਂ ਦੇਖਾਂਗੇ ਜੀ ਇੰਟਰਪ੍ਰੀਟੇਸ਼ਨ ਆਫ WBC ਹਿਸਟੋਗ੍ਰਾਮ। ਇਹ ਪਹਿਲਾ ਵਾਲਾ ਨਾਰਮਲ ਹੈ ਜੀ, ਇਹ ਦੂਜਾ ਵਾਲਾ ਤੁਹਾਡਾ ਜੀ ਐਬਨੋਰਮਲ ਹੈ। ਇਹਦੇ ਤੁਹਾਡਾ ਸ਼ੁਰੂ ਜਿਹੜਾ WBC ਹੈ ਬੇਸਲਾਈਨ ਤੋਂ ਨਹੀਂ ਹੋ ਰਿਹਾ, ਉੱਪਰੋਂ ਹੀ ਸ਼ੁਰੂ ਹੋ ਰਿਹਾ। ਠੀਕ ਹੈ ਨਾ। ਤੇ ਇਹਦੇ ਚ ਬੇਸਿਕਲੀ ਇਹ ਜਿਹੜਾ ਪਹਿਲਾ ਵਾਲਾ ਹਾਈ ਟੇਕ ਆਫ ਲਿੰਫੋਸਾਈਟ ਪੀਕ ਹੈਗੀ ਯਾਨੀ ਸ਼ਿਫਟ ਟੂ ਲੈਫਟ ਹੈਗੀ, ਇਹ ਬੇਸਿਕਲੀ ਨੋਇਜ਼ ਦਾ ਏਰੀਆ ਸੀ। ਉਹ ਦੂਜੇ ਪਾਸੇ ਵੀ ਡਿਸਕਸ ਕਰ ਲਿਆ ਸੀ। ਇਹਦੇ ਤੁਹਾਡੇ ਨਿਊਕਲੀਅਰ ਆਰਬੀਸੀ ਹੋ ਸਕਦੇ ਨੇ, प्लेटलेट एग्रीगेट हो सकते हैं या मलेरियल पैरासाइट हो सकता है, वाइवेक्स फैल्सीपरम कुछ भी हो सकता है। ठीक है ना जी। और इधर बेसिकली स्मीयर रिव्यू करना है और अगर न्यूक्लिएटेड आरबीसी मिलेगा तो बेसिकली डब्ल्यूबीसी काउंट नु करेक्ट भी करना है क्योंकि न्यूक्लिएटेड आरबीसी भी डब्ल्यूबीसी गिन लैंदी मशीन। अगर थोड़ा पीक टू द लेफ्ट ऑफ द लिम्फोसाइट पीक है या वाइडनिंग ऑफ लिम्फोसाइट पीक है, यूजुअली न्यूक्लिएटेड आरबीसी है और करना असी सेम है जी, स्मीयर रिव्यू करना है और करेक्ट करना है डब्ल्यूबीसी। अगर वाइडनिंग ऑफ लिम्फोसाइट पीक टू द राइट है यानी कि ए वाला एरिया ਤੁਹਾਡਾ ਲਿੰਫੋਮੋਨੋ ਦੇ ਵਿਚਕਾਰ ਵਾਲਾ, ਇਹਦੇ ਯੂਜੂਅਲੀ ਤੁਹਾਡੇ एटिपिकल ਲਿੰਫੋਬਲਾਸਟ ਹੈਗੇ ਜੀ, ਪਲਾਜ਼ਮਾ ਸੈੱਲ ਹੈਗੇ ਨੇ, ਈਜ਼ਨੋਫਿਲੀਆ ਬੇਸੋਫਿਲੀਆ, ਕਰਨਾ ਹੋਈ ਹੈ ਸਮੀਅਰ ਰਿਵਿਊ। अगर मोनोसाइट भी ਤੁਹਾਡੀ पीक वाइड हो गई है, दिस कैन बी मोनोसाइटोसिस, प्लाज्मा सेल, ईजनोफिलिया, बेसोफिलिया, कदे कदे ब्लास्ट भी हो सकता है, लिम्फोसिटिक ब्लास्ट कैन आल्सो बी हियर। एना कंडीशन इच भी अगेन तुसी करना होई है स्मीयर रिव्यू करना है जी। फिर जी अगर ਤੁਹਾਡੀ WBC लिम्फोसाइट पीक बेसलाइन तो स्टार्ट नहीं होंदी, वही ਤੁਹਾਡਾ जाइंट प्लेटेड न्यूक्लिएट आरबीसी प्लेटलेट क्लंपिंग हैगी। और अगर ਤੁਹਾਡੀ ग्रैनुलोसाइट पीक शिफ्ट टू लेफ्ट हैगी, एलिवेशन ऑफ लेफ्ट पोर्शन, ਇਹਦਾ मतलब ਤੁਹਾਡਾ बेसिकली माइलोसाइट मेटामाइलोसाइट बैंड फॉर्म वध रहे ने। यूजुअली पेशेंट बैक्टीरियमिया सेप्टिसीमिया इस तरह हो सकता है, कदे कदे किसी ल्यूकीमिया भी इस तरह हो सकता है। यू हैव टू रिव्यू द स्मीयर। और अगर शिफ्ट टू राइट हैगा जी ग्रैनुलोसाइट न्यूट्रोफिलिया, ਇਹਦੇ ਚ बेसिकली ਤੁਹਾਡਾ शिफ्ट टू लेफ्ट नहीं हैगा यानी इमेच्योर न्यूट्रोफिल नहीं है ने। ਇਹ बेसिकली कई बार कॉर्टिकोस्टेरॉइड या ड्रग इंड्यूस भी हो सकता है। से ट्रबल शूटिंग विच ਅਸੀਂ ਕੀ करना जी, कोशिश है करनी कि ਜਿਹੜਾ भी सैंपल ਅਸੀਂ मशीन विच पाइए वो 6 घंटे तो पुराना नहीं हो सकता। जिवें 6 घंटे तो पुराना होएगा सैंपल, ਤੁਹਾਡਾ डिफरेंशियल तब तो पहले सफर करेगा, उस तो बाद ਤੁਹਾਡੇ काउंट ते भी सफर करेगा। यूजुअली जे कोई दिक्कत आ रही, कोई फ्लैग आ रहा है, बेस्ट हैगा कि यह सैंपल दोबारा मंगवा लिया जाए, ਇਹਦੇ ਤੇ रिपोर्टिंग ना की जाए। फिर ਅਸੀਂ जी ਹੁਣ 5 पार्ट डिफरेंशियल एनालाइजर ਦੇ फ्लैग्स ਤੇ आने। आरबीसी और प्लेटलेट फ्लैग ਤੇ सेम ही ਹੁੰਦਾ है जी। मेन डिफरेंशिएशन है वो WBC फ्लैग और स्कैटर प्लॉट ਤੇ ਹੁੰਦਾ है। ਇਹ ਤੁਹਾਡੀ बेसिकली LMNE मैट्रिक्स हैगी। ਇਹ ਤੁਹਾਡਾ ਜਿਹੜਾ ਏਰੀਆ ਹੈਗਾ बेसिकली ਕੱਲ ਅਸੀਂ डिस्कस ਕੀਤਾ ਸੀ, ਇਹ ग्रीन वाला ਤੁਹਾਡਾ न्यूट्रोफिल हैगा जी, ਇਹ ਤੁਹਾਡਾ लिम्फोसाइट है, यह ਤੁਹਾਡਾ मोनोसाइट है, यह ਤੁਹਾਡਾ ईजनोफिल है, यह ਤੁਹਾਡਾ एटिपिकल लिम्फोसाइट है। ठीक है ना जी। और यह वाला ਜਿਹੜਾ एरिया LIC ਦਾ, यह लार्ज इमेच्योर सेल है, यह यूजुअली किसी ना किसी मैलिग्नेंसी बदलेगा। और एक और इंपॉर्टेंट ਜਿਹੜਾ एरिया है एटिपिकल लिम्फोसाइट, यह बड़ा इंपॉर्टेंट है, खासकर डेंगू वगैरह अगर ਤੁਹਾਨੂੰ प्लेटलेट काउंट घट ਤੇ ਨਾਲ एटिपिकल लिम्फोसाइट ਵੱਧ ਮਿਲ ਰਹੇ ਨੇ और डेंगू एंटीजन नेगेटिव भी है, तुसी एंटीबॉडी लगा के देखो 90% अगर एटिपिकल लिम्फोसाइट 5% तो ज्यादा है और प्लेटलेट काउंट 50,000 तो घट है, डेंगू ही है जी और कुछ नहीं है। ठीक है ना। बेसिकली डेंगू जब प्लेटलेट काउंट घटते ने वध जाता है और जिवें जिवें प्लेटलेट काउंट इंप्रूव होते हैं एटिपिकल लिम्फोसाइट वापस नॉर्मल आ जाता है। कई लैबां ने इन्हां दी नॉर्मल रेंज भी कड्डी, अलग अलग मशीन ते अलग होंदी, मोटा मोटी 0.5-0.6% तक नॉर्मल रेंज होंदी है। ਹੁਣ ਇਹਦੇ 3 ਕਲਰ ਦੇ ਜੀ ਤੁਹਾਡੇ
ਡਿਸਕ੍ਰਿਮੀਨੇਟਰ ਹੈਗੇ ਨੇ। ਇਹ ਜਿਹੜੇ ਤੁਹਾਡੇ ਲਾਲ ਵਾਲੇ ਡਿਸਕ੍ਰਿਮੀਨੇਟਰ ਹੈਗੇ ਨੇ, ਇਹ ਮੂਵਿੰਗ ਥ੍ਰੈਸ਼ੋਲਡ ਹੈਗੀ, ਔਰ ਇਹ ਆर्टिफिशियल इंटेलिजेंस बेस्ड है। एनालाइजर बेसिकली सेल क्लस्टर ਦੀ ਪੋਜੀਸ਼ਨਿੰਗ ਦੇ ਉੱਤੇ ਆਪੇ ਪੋਜੀਸ਼ਨ ਲੈ ਲੈਂਦਾ ਹੈ। ਔਰ ਬਲੂ ਵਾਲੀ ਵੀ ਮੂਵਿੰਗ ਥ੍ਰੈਸ਼ੋਲਡ ਹੈ, ਲੇਕਿਨ ਇਹ ਰੈੱਡ ਵਾਲੇ ਤੇ ਡਿਪੈਂਡੈਂਟ ਰਹਿੰਦੀ ਹੈ ਕਿ ਰੈੱਡ ਵਾਲੀ ਜਿੱਥੇ ਆਏਗੀ ਉਹਦੇ ਹਿਸਾਬ ਨਾਲ ਬਲੂ ਵਾਲੀ ਐਡਜਸਟ ਕਰ ਲੈਂਦੀ। ਲੇਕਿਨ ਇਹ ਬਲੈਕ ਵਾਲੇ ਜਿਹੜੇ ਡਿਸਕ੍ਰਿਮੀਨੇਟਰ ਨੇ, ਇਹ ਫਿਕਸਡ ਰਹਿੰਦੇ ਨੇ। ਤੇ LMNE ਮੈਟ੍ਰਿਕਸ ਵਿੱਚ ਫਿਕਸ ਡਿਸਕ੍ਰਿਮੀਨੇਟਰ ਵੀ ਹੈਗਾ ਔਰ ਮੂਵਿੰਗ ਡਿਸਕ੍ਰਿਮੀਨੇਟਰ ਵੀ ਹੈਗਾ, ਦੋਨੋਂ ਕਿਸਮ ਦੇ ਡਿਸਕ੍ਰਿਮੀਨੇਟਰ ਹੈਗੇ। ਤੇ ਹੁਣ ਦੇਖਦੇ ਹਾਂ ਜੀ ਇਹਦੇ ਅਲਾਰਮ ਕੀ ਹੈ। ਲਿੰਫੋਸਾਈਟ ਇੰਟਰਫੇਰੈਂਸ ਅਲਾਰਮ ਹੈ, ਅਸੀਂ ਡਿਸਕਸ ਕਰ ਚੁੱਕੇ ਹਾਂ ਪਹਿਲੇ ਹੀ। ਉਸ ਤੋਂ ਬਾਅਦ ਐਬਨੋਰਮਲ ਨਿਊਟਰਲ ਲਿੰਫੋ ਡਿਫਰੈਂਸ਼ੀਏਸ਼ਨ ਅਲਾਰਮ ਹੈ। ਇਹ ਕਦ ਆਉਂਦਾ ਜੀ, ਜਦ ਨਿਊਟ੍ਰੋਫਿਲ ਜਾਂ ਤੇ ਬਹੁਤ ਛੋਟਾ ਹੋਏ ਜਾਂ ਕਦੇ-ਕਦੇ ਲਿੰਫੋਸਾਈਟ ਐਕਟੀਵੇਟਿਡ ਲਿੰਫੋਸਾਈਟ ਹੋ ਜਾਏ, ਜਿਵੇਂ ਵਾਇਰਲ ਇਨਫੈਕਸ਼ਨ ਵਿੱਚ, ਜਾਂ ਨਿਊਟ੍ਰੋਫਿਲ ਵਿੱਚ ਕੋਈ ਮੈਮਬ੍ਰੇਨ ਵੀਕਨੈਸ ਹੋ ਜਾਏ। ਤੇ ਮਸ਼ੀਨ ਕੀ ਕਰਦੀ, ਨਿਊਟ੍ਰੋਫਿਲ ਔਰ ਲਿੰਫੋਸਾਈਟ ਵਿੱਚ ਫਰਕ ਨਹੀਂ ਕਰ ਪਾਉਂਦੀ, ਤੁਹਾਨੂੰ ਫਿਰ ਮੈਨੂਅਲ ਡਿਫਰੈਂਸ਼ੀਅਲ ਕਾਊਂਟ ਹੀ ਕਰਨਾ ਪੈਣਾ ਇਹਦੇ ਵਿੱਚ। फिर है बैकग्राउंड नॉइज, ये भी ਅਸੀਂ डिस्कस पहले कर चुके हैं। फिर एबनॉर्मल न्यूट्रोफिल डिफरेंशिएशन, ਇਹਦੇ ਚ ਕੀ ਹੁੰਦਾ ਹੈ ਕਿ ਨਿਊਟ੍ਰੋਫਿਲ ਡਿਸਟਰਕਸ਼ਨ ਹੋ ਜਾਂਦੀ ਹੈ। ਯੂਜੂਅਲੀ ਪੁਰਾਣਾ ਬਲੱਡ ਹੁੰਦਾ 6 ਘੰਟੇ ਤੋਂ, ਕਦੇ-ਕਦੇ ਕੋਈ ਕੰਟੈਮੀਨੇਸ਼ਨ ਹੋਏ, ਪਲੇਟਲੇਟ ਐਗਰੀਗੇਟ ਹੋਏ, ਜਾਂ ਕਦੇ-ਕਦੇ ਆਰਬੀਸੀ ਜਿਹੜੀ ਮੈਂਬਰੇਨ ਹੈ ਉਹ ਰੈਜ਼ਿਸਟੈਂਟ ਆਰਬੀਸੀ ਹੋਣ ਲਾਇਸਿਸ ਤੋਂ। ਉਹਦੇ ਚ ਕੀ ਹੁੰਦਾ ਹੈ ਕਿ ਉਹ ਸਾਰੇ ਆਰਬੀਸੀ ਵੀ ਤੁਸੀਂ ਆਪਣਾ ਗਿਣਨਾ ਸ਼ੁਰੂ ਕਰ ਦਿੰਦੇ ਹੋ WBC ਦੇ ਅੰਦਰ ਅੰਦਰ। ਤੇ ਇਹ ਬੇਸਿਕਲੀ ਫਿਰ ਤੁਹਾਨੂੰ ਐਬਨੋਰਮਲ ਨਿਊਟ੍ਰੋਫਿਲ ਡਿਫਰੈਂਸ਼ੀਏਸ਼ਨ ਦੀ ਦਿੱਕਤ ਦਿੰਦੇ ਨੇ। ਇਹਦੇ ਵਿੱਚ ਤੁਹਾਨੂੰ ਫਿਰ ਮੈਨੂਅਲ DLC ਕਰਨਾ ਪਏਗਾ। ਕਦੇ-ਕਦੇ ਐਬਨੋਰਮਲ ਨਿਊਟਰੋ ਇਜ਼ਨੋਫਿਲ ਡਿਫਰੈਂਸ਼ੀਏਸ਼ਨ ਹੋ ਜਾਂਦੀ, ਖਾਸ ਕਰ ਜਦ ਯੰਗ ਇਜ਼ਨੋਫਿਲ ਜ਼ੋਨ, ਹਾਈਪਰਸੈਕ ਨਿਊਟ੍ਰੋਫਿਲ ਹੋਣ, ਔਰ ਕਦੇ-ਕਦੇ ਇਜ਼ਨੋਫਿਲ ਦੇ ਅੰਦਰ ਜਿਹੜੇ ਗ੍ਰੈਨੂਲਸ ਹੋਣ ਉਹ ਘੱਟ ਹੋਣ, ਯਾਨੀ ਕਿ ਹਾਈਪੋਗ੍ਰੈਨੂਲੇਟਿਡ ਇਜ਼ਨੋਫਿਲ ਹੋ ਜਾਏ, ਜਾਂ ਕਦੇ-ਕਦੇ ਇਮੈਚੁਰ ਸੈਲਸ ਹੋਣ ਔਰ ਟੌਕਸਿਕ ਗ੍ਰੈਨੂਲੇਸ਼ਨ ਨਿਊਟ੍ਰੋਫਿਲ ਵਿੱਚ ਆ ਜਾਏ। ਉਸ ਕੰਡੀਸ਼ਨ ਵਿੱਚ ਕੀ ਹੁੰਦਾ ਹੈ, या तो न्यूट्रोफिल की ग्रैनुलेशन ज्यादा कोर्स हो जाए, या इजनोफिल की ग्रैनुलेशन थोड़ी ठीक हो जाए या कट हो जाए, तो न्यूट्रो इजनोफिल डिफरेंशिएशन डिफिकल्ट हो जाता है मशीन वास्ते। उस कंडीशन में अगेन तो मैनुअल डिफरेंशियल ही करना पड़ेगा। देन देयर इज शिफ्ट टू लेफ्ट। शिफ्ट टू लेफ्ट का मतलब है कि थोड़े बड़े न्यूट्रोफिल है ने, माइलो मेटामाइलोसाइट, प्रोमाइलोसाइट या माइलोब्लास्ट है, यह थोड़ा बैक्टीरियमिया सेप्टिसीमिया भी हो सकता है और यह थोड़ा ल्यूकीमिया भी हो सकता है। फिर कदे-कदे थोड़ी एबनॉर्मल न्यूट्रो मोनोसाइट डिफरेंशिएशन हो जाती है, यानी मशीन न्यूट्रोफिल और मोनोसाइट दे विच डिफरेंशिएट नहीं कर पाती। ए स्पेशली होता है जब हाइपर ग्रैनुलेटेड मोनोसाइट होए या हाइपर बेसोफिलिक मोनोसाइट होए, या कदे-कदे नॉन सेगमेंटेड न्यूट्रोफिल होए या बैंड सेल होए जिदे प्रॉपर सेगमेंटेशन नहीं हो पा रही है ना। दोनों कंडीशन विच मशीन न्यूट्रोफिल मोनोसाइट विच फर्क नहीं कर पाती और इहदे विच भी तुहानू मैनुअल DLC करना पेगा। और कदे-कदे थोड़ी मोनोसिटिक इंटरफेरेंस होती, यानी कि बहुत बड़े मोनोसाइट होंगे ने, कदे-कदे माइलोसाइट प्रोमाइलोसाइट नू भी इहदे गिन लैंदा है, या ब्लास्ट नू भी कई बार इहदे गिन लैंदा है। तो उहदे केस भी अगेन असीं वापस स्मीयर रिव्यू ही करना पेगा। ते वेरियस काइंड्स ऑफ अलार्म आंदे ने 5 पार्ट डिफरेंशियल विच बेस्ड ऑन LMNE मैट्रिक्स। ए जरूरी नहीं है कि केड़ा अलार्म की कह रहा है वो भी याद करना जरूरी नहीं, लेकिन इंपॉर्टेंट गल हैगी कि जब भी ये अलार्म आए तुसीं बेसिकली स्मीयर रिव्यू करना है। और एटिपिकल लिम्फोसाइट का मैं तुहानू दस ही चुकिया जी, बेसिकली तुहाडा वायरल इन्फेक्शन वगैरह बच जाता है। यूजुअली तुहाडा कोई भी डेंगू होए, कोविड होए, चिकनगुनिया होए, नॉन डेंगू वायरल होए, है ना, सब विच तुहाडा एटिपिकल लिम्फोसाइट बच जाता है। हुण असीं कुछ स्कैटरग्राम्स देखने हैं। सब तो नॉर्मल स्कैटरग्राम है जी, इहदे तुहाडी LMNE मैट्रिक्स बिल्कुल नॉर्मल हैगी, तुहाडे RBC प्लेटलेट हिस्टोग्राम दोनों नॉर्मल हैगे ने, इहदे सब कुछ नॉर्मल है, कोई भी इहदे च एबनॉर्मैलिटी नहीं हैगी जी, बिल्कुल नॉर्मल हिस्टोग्राम है जी। फिर असीं जी दूजा देखने आ, इहदे बेसिकली तुसीं प्लेटलेट हिस्टोग्राम देखो, उमरिया और 5 फेमटोलीटर ते वापस बेसलाइन नू टच भी नहीं किया, प्लेटलेट और RBC दे विचकार डिफरेंशिएट नहीं कर पा रहा। और अगर तुसी इत्थे देखोगे LMNE मैट्रिक्स विच, इत्थे नॉइज वाला एरिया भी दिख रहा है, जेड़ा प्लेटलेट एग्रीगेट वाला एरिया, और प्लेटलेट काउंट भी घट है। बेसिकली सैंपल विच प्लेटलेट एग्रीगेट हैगे ने। ते जद भी तुहानू प्लेटलेट हिस्टोग्राम एबनॉर्मल मिले, LMNE मैट्रिक्स विच नॉइज मिले, प्लेटलेट काउंट घट मिले, ਇਹਦਾ मतलब है कि तुहानू स्मीयर रिव्यू करके प्लेटलेट काउंट नू मैनुअली करना हैगा।
ਮਸ਼ੀਨ ਦੀ ਪਲੇਟਲੇਟ ਕਾਊਂਟ ਤੇ ਤੁਸੀਂ ਇਸ ਕੰਡੀਸ਼ਨ ਵਿੱਚ ਬਿਲਕੁਲ ਵੀ ਰਿਲਾਈ ਨਹੀਂ ਕਰ ਸਕਦੇ। ਪਲੇਟਲੇਟ ਕਾਊਂਟ ਜੀ, लेकिन ਇਹਦੇ 'ਚ ਕੋਈ ਨॉइज है, थ्रोम्बोसाइटोपेनिया केस है, नॉर्मल थ्रोम्बोसाइटोपेनिया है, लेकिन क्योंकि काउंट इतना घट है ਤੇ ਮੈਨੂਅਲੀ ਤੇ ਕਰਨਾ ਹੀ ਪਏਗਾ ਜੀ। ਬੇਸਿਕਲੀ ਸਮੀਅਰ ਰਿਵਿਊ ਕ੍ਰਾਈਟੇਰੀਆ ਯੂਜੂਅਲੀ ਕਹਿੰਦਾ 1 ਲੱਖ ਤੋਂ ਥੱਲੇ ਤੁਸੀਂ ਮੈਨੂਅਲ ਪਲੇਟਲੇਟ ਕਾਊਂਟ ਕਰਨਾ ਹੀ ਹੈ। ਹੁਣ ਇਹ ਤੀਜਾ ਕੇਸ ਦੇਖਦੇ ਹਾਂ ਜੀ। ਇੱਥੇ ਦੇਖੋ ਤੁਹਾਡਾ ਈਜ਼ਨੋਫਿਲ ਵਾਲਾ ਏਰੀਆ 'ਚ ਕਾਫੀ ਜ਼ਿਆਦਾ ਸਕੈਟਰ ਪਲਾਟ ਡੈਂਸ ਹੈਗਾ, ਔਰ ਤੁਸੀਂ ਈਜ਼ਨੋਫਿਲ ਵੀ ਦੇਖੋਗੇ ਤਾਂ 52% ਈਜ਼ਨੋਫਿਲ ਹੈਗੇ ਨੇ। ਤੇ ਈਜ਼ਨੋਫਿਲੀਆ ਇਟਸੈਲਫ ਇੱਕ ਸਮੀਅਰ ਰਿਵਿਊ ਦਾ ਕ੍ਰਾਈਟੇਰੀਆ, ਖਾਸ ਕਰ ਅਗਰ ਈਜ਼ਨੋਫਿਲ ਤੁਹਾਡਾ 10% ਤੋਂ ਉੱਤੇ ਆਏ ਤੁਹਾਨੂੰ ਕਰਨਾ ਹੀ ਚਾਹੀਦਾ। क्योंकि कदे कदे एल्डरली पेशेंट की होता है ईजनोफिलिया जब आता है तो कोई ना कोई ल्यूकीमिया भी होता है छुपया हुआ, तो ब्लास्ट सेल वास्ते भी देखना पैंदा। जी ਤੁਸੀਂ ਐਲਐਮਐਨਈ ਮੈਟ੍ਰਿਕਸ ਦੇਖੋਗੇ ਕਿ ਸਭ ਤੋਂ ਡੈਂਸ ਕਲਸਟਰ ਤੁਹਾਡਾ ਮੋਨੋਸਾਈਟ ਦੇ ਏਰੀਆ ਦਾ ਹੈਗਾ। ਮੋਨੋਸਾਈਟ ਦੇ 13% ਹੈਗੇ ਨੇ, ਈਵਨ ਲਾਰਜ ਇਮੈਚੁਰ ਸੈਲ 2.5% ਆ ਰਹੇ ਨੇ। ਤੇ ਦਿਸ ਇਜ਼ ਅ ਕੇਸ ਆਫ ਮੋਨੋਸਾਈਟੋਸਿਸ। ਕਈ ਵਾਰੀ ਵਾਇਰਲ ਇਨਫੈਕਸ਼ਨ ਜਿਹੜਾ ਏਟਿਪੀਕਲ ਲਿੰਫੋਸਾਈਟ ਹੈ ਉਹ ਵੀ ਮੋਨੋਸਾਈਟ ਦੇ ਅੰਦਰ ਆ ਜਾਂਦਾ ਹੈ, ਤੇ ਕਈ ਵਾਰ ਉਹ एटिपिकल लिम्फोसाइट ना दिखा के मोनोसाइटोसिस भी दिखा सकता है। दैट इज आल्सो समटाइम्स इंडिकेशन फॉर वायरल इन्फेक्शन। फिर इस केसेस जी तुसी देखोगे एटिपिकल लिम्फोसाइट ਤੁਹਾਡਾ 7.7% है, नॉर्मल में ਤੁਹਾਨੂੰ ਕਿਹਾ ਸੀ ਜੀ 0.5% ਦੇ ਨੇੜੇ ਨੇੜੇ ਹੁੰਦਾ ਹੈ। WBC ਕਾਊਂਟ 22 रहेगी और बेसिकली लिम्फोसाइट 60% हैगा। ये लिम्फोसाइटोसिस उंज भी लिम्फोसाइटोसिस ल्यूकोसाइटोसिस भी हैगा। और अगर है तुसी वाला एरिया देखोगे विचकार वाला है पूरा भरिया हुआ है, यूजुअली इधर बहुत घट सेल होंगे। दिस इज एटिपिकल लिम्फोसाइट, यूजुअली इज सीन इन वायरल इन्फेक्शंस। कदे कदे यू कैन सी इन सम माइलोप्रोलिफरेटिव डिसऑर्डर आल्सो। नाउ लेट अस लुक एट दिस स्कैटर प्लॉट। हियर द WBC काउंट हैगा जी 33,000, प्लेटलेट काउंट हैगा जी 37,000, और ਤੁਹਾਡਾ डिफरेंशियल अगर तुसी आओगे तो ਤੁਹਾਡਾ लिम्फो 68% है, लार्ज इमेच्योर सेल 7.7, एटिपिकल लिम्फोसाइट 41.4। अगर है तुसी लिम्फोसाइट देखोगे थ्रू एंड एंड तक जा रहे हैं, लार्ज इमेच्योर सेल तक पूरा राइट तक पूरा सीधा दा सीधा जा रहे हैं। ALL ਦਾ केस है जी, एक्यूट लिम्फोब्लास्टिक ल्यूकीमिया। ਇਹ ਜ਼ਰੂਰੀ ਨਹੀਂ ਕਿ ਤੁਸੀਂ ਇਹਦੇ ਬੇਸ ਤੇ ALL ਬਣਾ ਲਓ, ਬਟ ਇਹ ਸਕੈਟਰ ਪਲਾਟ ਤੁਸੀਂ ਦੇਖ ਕੇ ਤੁਹਾਨੂੰ ਇਹ ਸਮਝ ਆ ਜਾਣਾ ਚਾਹੀਦਾ ਕਿ ਇਹਦੇ ਵਿੱਚ ਕੁਝ ਨਾ ਕੁਝ ਇਸ਼ੂ ਹੈਗਾ, ਕੋਈ ਨਾ ਕੋਈ ਇਹਦੇ ਵਿੱਚ ਪ੍ਰੋਬਲਮ ਹੈਗੀ। ਮੋਸਟ ਲਾਈਕਲੀ ਬਲਾਸਟ ਸੈਲ ਵੀ ਹੈਗੇ ਨੇ, ਤੇ ਇਹਨੂੰ ਸਮੀਅਰ ਰਿਵਿਊ ਕਰਨਾ ਹੀ ਹੈਗਾ ਜੀ, ਔਰ ਅੱਗੇ ਜੋ ਵੀ ਫਰਦਰ ਇਨਵੈਸਟੀਗੇਸ਼ਨ ਕਰਨੀ, ਭਾਵੇਂ ਫਲੋ ਸਾਈਟੋਮੈਟਰੀ ਕਰਨੀ, ਜੋ ਵੀ ਕਰਨਾ ਹੈ। ਬਟ ਇਹਨਾਂ ਤੁਸੀਂ ਬੇਸਿਕਲੀ ਐਲਐਮਐਨਈ ਮੈਟ੍ਰਿਕਸ ਤੋਂ ਤੁਸੀਂ ਪੜ ਲੈਣਾ ਚਾਹੀਦਾ ਕਿ ਇਹ ਨਾਰਮਲ ਨਹੀਂ ਹੈਗਾ, ਇਹਦੇ ਵਿੱਚ ਪ੍ਰੋਬਲਮ ਹੈਗੀ ਜੀ, ਔਰ ਅਸੀਂ ਸਮੀਅਰ ਰਿਵਿਊ ਕਰਨਾ ਹੈ। ਇੱਥੇ ਫਿਰ ਲਿੰਫੋਸਾਈਟ ਹੈਗੇ ਨੇ ਪਿਛਲੀ ਵਾਰ ਦੀ ਤਰ੍ਹਾਂ, ਕਾਊਂਟ 96,000 ਹੈ, ਲੇਕਿਨ ਇਹਦੇ ਦੇਖੋਗੇ ਲਾਰਜ ਇਮੈਚੁਰ ਸੈਲ 1.7% ਹੀ ਹੈਗੇ ਨੇ, ਬਹੁਤ ਜ਼ਿਆਦਾ ਨਹੀਂ ਹੈਗੇ, ਔਰ ਪੂਰਾ ਰਾਈਟ ਤੱਕ ਵੀ ਨਹੀਂ ਜਾ ਰਿਹਾ। ਜ਼ਿਆਦਾਤਰ ਇਹਦੇ ਮੈਚੁਰ ਲਿੰਫੋਸਾਈਟ ਹੀ ਹੈਗੇ ਨੇ, ਇਵਨ एटिपिकल लिम्फोसाइट भी उनने ज्यादा नहीं है। ਤੇ CLL इज यूजुअली लिम्फोसाइट्स आर मैच्योर लिम्फोसाइट्स, ज्यादा इमेच्योर नहीं होंगे लिम्फोसाइट, ब्लास्ट वगैरह नहीं होंगे। बेसिकली एल्डरली लोगों का ल्यूकीमिया होता है, और कोर्स ALL के मुकाबले घट एग्रेसिव होता है। अगेन मैं तुहानू यह नहीं कह रहा कि तुसी ये स्कैटर प्लॉट देखते CLL फड़ लो, लेकिन ये स्कैटर प्लॉट देख के अगर तुसी इन्ना भी कर लो जी एबनॉर्मल कुछ तो हैगा, ते इनू स्मीयर रिव्यू ढंग नाल कर लो, ब्लास्ट वास्ते ध्यान नाल देखो, तो उन्ना कम भी बहुत है। तुसी देखो जी PLC 46,000 है जी, हीमोग्लोबिन 7.9 है, प्लेटलेट 49, हीमोग्लोबिन प्लेटलेट दोनों कट्टे हुए ने, काउंट वधिया होया जी। मोनोसाइट तुहाडे 60% आ रहे ने, लार्ज इमेच्योर सेल 11.2% आ रहे ने, न्यूट्रोफिल घट आ रहे ने, लेकिन वो इस करके कि वो सारे जेडे शिफ्ट टू लेफ्ट वाले सेल सी वो मोनो विच जाके गिनती च आ गए और लार्ज इमेच्योर सेल तक पहुंच गए। ये बेसिकली AML हैगा जी, एक्यूट माइलोब्लास्टिक ल्यूकीमिया। उन पिछले वाले तो कंपेयर इनू करो जी, ਇਹਦਾ WBC 35,000 है, हीमोग्लोबिन 10.4 है, प्लेटलेट नॉर्मल है 217 हैगा जी, न्यूट्रोफिल 66.7 है, लेकिन ਤੁਹਾਡਾ लार्ज इमेच्योर सेल ਤੁਹਾਡਾ ਇਹਦੇ 42.1 हैगा। ਇਹ ਤੁਹਾਡਾ क्रॉनिक माइलॉइड ल्यूकीमिया हैगा जी, CML हैगा। ਇਹ ਧਿਆਨ ਨਾਲ ਦੇਖੋ ਜੀ, ਇਹਦੇ ਤੁਹਾਡਾ बेसिकली मोनोसाइट ਵਧਿਆ ਹੋਇਆ है, लार्ज इमेच्योर सेल दिया है, लेकिन
माइलोमोनोसिटिक ल्यूकेमिया हैगा। ਇਹ ਸਲਾਈਡ ਮੈਂ ਬੇਸਿਕਲੀ ਆਪਣੀ ਇੱਕ ਪੇਪਰ ਮੈਂ ਪ੍ਰੈਜ਼ੈਂਟ ਕੀਤਾ ਸੀ ਜੀ ਵੈਂਕੂਵਰ ਵਿੱਚ ਸੈਪਸਿਸ ਵਾਸਤੇ। ਇਸ ਕਰਕੇ ਤੁਹਾਨੂੰ ਦਿਖਾ ਰਹੇ ਹਾਂ, ਉੱਪਰ ਵਾਲਾ ਭੁੱਲ ਜਾਓ, ਨਿਊਟ ਵਾਈ ਨੂੰ, ਇਹ ਤੁਹਾਡੇ ਲਈ ਨਹੀਂ ਹੈ, ਪਰ ਇਹ ਥਲਵੇਂ ਵਾਲੇ ਨੂੰ ਦੇਖੋ ਜੀ, ਨਿਊਟ੍ਰੋਫਿਲ ਲਿੰਫੋਸਾਈਟ ਰੇਸ਼ੋ। ਇਹ ਜਦ ਵੀ ਮਤਲਬ ਨਿਊਟ੍ਰੋਫਿਲ ਨੂੰ ਤੁਸੀਂ ਲਿੰਫੋਸਾਈਟ ਤੋਂ ਡਿਵਾਈਡ ਕਰੋਗੇ, ਭਾਵੇਂ ਪਰਸੈਂਟੇਜ ਵਿੱਚ ਕਰ ਲਓ, ਭਾਵੇਂ ਐਬਸੋਲੂਟ ਕਾਊਂਟ ਵਿੱਚ ਕਰ ਲਓ, ਜਦ ਵੀ ਨਿਊਟ੍ਰੋਫਿਲ ਲਿੰਫੋਸਾਈਟ ਰੇਸ਼ੋ ਤੁਹਾਡਾ 10 ਤੋਂ ਉੱਤੇ ਹੋਏਗਾ, ਇਹ ਯੂਜੂਅਲੀ ਤੁਹਾਡਾ ਸੈਂਸਿਟੀविटी और स्पेसिफिसिटी बहुत हाई होएगी फॉर डिटरमाइनिंग सेप्सिस। सेप्सिस यानी कि बेसिकली पेशेंट बैक्टीरियल इन्फेक्शन तो उन सेप्सिस से जा रहे हैं, और सेप्सिस एक लाइफ थ्रेटनिंग कंडीशन है। यूजुअली ऐसी प्रो कैल्सिटोनिन एक टेस्ट होता है, उन्होंने करके डिटरमाइन करने पर, वो एक तो बहुत महंगा टेस्ट है, दूजा उन्होंने करने टाइम भी लगता है। ते खाली तुसी न्यूट्रोफाइल लिम्फोसाइट रेशो जब भी तुहानू 10 ਤੋਂ ਉੱਤੇ ਹੋਏ, तुसी क्लिनिशियन ਨੂੰ एक अलार्म अलर्ट कर दो, उन्होंने एक एडवाइस कर दो कि आप प्रो कैल्सिटोनिन करा ले, ए पेशेंट अर्ली सेप्सिस से जा रहा हो सकता है। न्यूट्रोफिल लिम्फोसाइट रेशो बहुत अच्छा एक मार्कर हैगा बैक्टीरियमिया और सेप्सिसीमिया ਨੂੰ डिटेक्ट ਕਰਨ ਵਾਸਤੇ। ਇਸ ਕਰਕੇ ਮੈਂ ਸਲਾਈਡ ਪਾਈ ਹੈ, ਜ਼ਿਆਦਾ ਡਿਟੇਲ ਵਿੱਚ ਨਿਊਟ ਵਾਈ ਦੇ ਨਹੀਂ ਜਾ ਰਹੇ ਹਾਂ, ਉਹ ਸਾਡੇ ਸਕੋਪ ਦੇ ਬਿਯੋਂਡ ਦੀ ਚੀਜ਼ ਹੈ, ਬਟ ਜੇ ਕੋਈ ਇੰਟਰਸਟਿਡ ਹੈ ਤੇ ਅਸੀਂ ਉਹਦੇ ਬਾਰੇ ਵਿੱਚ ਵੀ ਗੱਲ ਕਰ ਸਕਦੇ ਹਾਂ। ਵਿਦ ਥੀਸ ਵਰਡਸ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਜੀ, ਔਰ ਵਿਚਕਾਰ ਜਿਹੜਾ ਕੋਈ ਟੈਕਨੀਕਲ ਸਨੈਗ ਹੋ ਗਿਆ ਉਹਦੇ ਵਾਸਤੇ ਸੌਰੀ ਫॉर द डिसरप्शन, और जो भी कोई किसी से क्वेश्चन हो, मैं बहुत आई विल बी ग्लैड टू आंसर। थैंक यू।